जीवना राम गुसैया जी के जीवना मोहे ना बिसारो मैं जन तेरा मोहे ना बिसारो मैं जन तेरा। कहो रवदास परों तेरी सांबा बेग मिलो जन कर न बिलाबा। कहो रवदास परों तेरी सांबा बेग मिलो जन कर न बिलाबा। बेग मिलो जन कर न बिलाबा। बेग मिलो जन कर न बिलाबा। राम गुसैया जी के जीवना राम गुसैया जी के जीवना मोहे ना बिसारो मैं जन तेरा मोहे ना बिसारो मैं जन तेरा। कहो रवदास परों तेरी सांबा बेग मिलो जन कर न बिलाबा। कहो रवदास परों तेरी सांबा बेग मिलो जन कर न बिलाबा। बेग मिलो जन कर न बिलाबा। बेग मिलो जन कर न बिलाबा। राम गुसैया जी के जीवना राम गुसैया जी के जीवना मोहे ना बिसारो मैं जन तेरा मोहे ना बिसारो मैं जन तेरा मोहे ना बिसारो मैं जन तेरा। राम गुसैया जी के जीवना राम गुसैया जी के जीवना मोहे ना बिसारो
मैं जन तेरा, मोहे ना बिसारो, मैं जन तेरा। राम गुसैया जी के जीवना, राम गुसैया जी के जीवना, मोहे ना बिसारो, मैं जन तेरा, मोहे ना बिसारो, मैं जन तेरा। मेरी संगत पहुँच, सोच दिन राती, मेरा कर्म कुटिलता, जन्म तो पाती। मेरी संगत पहुँच, सोच दिन राती, मेरा कर्म कुटिलता, जन्म को पाती। मेरा कर्म कुटिलता, जन्म को पाती। मेरा कर्म कुटिलता, जन्म को पाती। राम गुसैया जी के जीवना, राम गुसैया जी के जीवना, मोहे ना बिसारो, मैं जन तेरा, मोहे ना बिसारो, मैं जन तेरा। वाहिगुरु। नरिंदरजीत कौर जी। वाहिगुरु जी। जी स्टार्ट कर जी। ऑनलाइन गुरमत समर कैंप ਦੇ ਵਿੱਚ ਜੁੜ ਬੈਠੇ ਸਾਰੀਆਂ ਹੀ ਸੰਗਤਾਂ ਨੂੰ ਬੇਨਤੀ ਹੈ ਕਿ ਆਓ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਫਤਿਹ ਦੀ ਸਾਂਝ ਪਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਗੁਰਮਤ ਕੈਂਪ ਦੇ 26ਵੇਂ ਦਿਨ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਸਾਰੀ ਹੀ ਐਜੂਕੇਟ ਪੰਜਾਬ ਟੀਮ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਕਿ ਸੰਗਤਾਂ ਨੂੰ ਇਹਨਾਂ ਲੋਕਡਾਊਨ ਦੇ ਦਿਨਾਂ ਦੇ ਵਿੱਚ ਗੁਰਮਤ ਕੈਂਪ ਦੇ ਨਾਲ ਜੋੜਿਆ ਹੈ। ਤੇ ਆਪਾਂ ਇਸ ਕੈਂਪ ਦੀ ਸ਼ੁਰੂਆਤ ਕਰਦੇ ਹਾਂ ਵਾਹਿਗੁਰੂ ਜੀ ਦੇ ਨਾਮ ਤੋਂ। ਤੇ ਸਭ ਤੋਂ ਪਹਿਲਾਂ ਅੱਜ ਦੀ ਸੇਵਾ ਨੂੰ ਆਰੰਭ ਕਰਦੇ ਹੋਏ ਜਾਪ ਦੀ ਸੇਵਾ ਅੱਜ ਲੈਣਗੇ ਜੀ ਰਿਪੂ ਦਮਨ ਸਿੰਘ ਜੀ ਅਤੇ ਗੁਰਲੀਨ ਕੌਰ ਜੀ ਇਟਲੀ ਤੋਂ। ਮੈਂ ਬੇਨਤੀ ਕਰਦੀ ਹਾਂ ਜੀ ਰਿਪੂ ਦਮਨ ਸਿੰਘ ਜੀ ਅਤੇ ਗੁਰਲੀਨ ਕੌਰ ਜੀ ਨੂੰ ਕਿ ਉਹ ਆਪਣੀ ਵੀਡੀਓ ਔਨ ਕਰ ਲੈਣ ਅਤੇ ਜਾਪ ਦੀ ਸੇਵਾ ਆਰੰਭ ਕਰਨ।
ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਫਤਿਹ। ਕੀ ਫਤਿਹ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਕੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਨਾਨਕ ਹੋਸੀ ਵੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਏਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ। ਵਾਹਿਗੁਰੂ 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 ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਹੁਤ ਹੀ ਵਧੀਆ ਜੀ। ਰਿਪੂ ਦਮਨ ਸਿੰਘ ਜੀ ਅਤੇ ਗੁਰਲੀਨ ਕੌਰ ਜੀ ਨੇ ਬਹੁਤ ਹੀ ਆਨੰਦਮਈ ਤਰੀਕੇ ਦੇ ਨਾਲ ਸਾਨੂੰ ਜਾਪ ਦੀ ਸੇਵਾ ਕਰਵਾਈ ਹੈ ਤੇ ਗੁਰੂ ਦੇ ਨਾਲ ਜੋੜਿਆ ਹੈ। ਤੇ ਹੁਣ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਰਿਪੂ ਦਮਨ ਸਿੰਘ ਜੀ, ਗੁਰਲੀਨ ਜੀ ਤੁਹਾਡਾ। ਤੇ ਹੁਣ ਅਸੀਂ ਆਪਣੀ ਅਗਲੀ ਸੇਵਾ ਵੱਲ ਵਧਦੇ ਹਾਂ ਜੀ। ਹੁਣ ਕੀਰਤਨ ਦੀ ਸੇਵਾ ਲੈਣਗੇ ਜੀ ਸੰਗਰੂਰ ਤੋਂ ਮਨਜੋਤ ਸਿੰਘ ਜੀ, EPP ਨੰਬਰ 14653। ਸੰਗਰੂਰ ਤੋਂ ਜੀ ਮਨਜੋਤ ਸਿੰਘ ਜੀ। हैंड रेस करके अपनी वीडियो ऑन करो जी मनजोत सिंह जी। ਬੇਨਤੀ ਹੈ ਜੀ ਵੀਡੀਓ ਔਨ ਕਰ ਲੈਣ ਜੀ। ਮਨਜੋਤ ਸਿੰਘ ਜੀ ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। मनजोत सिंह करो जी वीडियो ऑन। स्टार्ट करो जी। वाहिगुरू ਹਾਂਜੀ ਵਾਹਿਗੁਰੂ ਜੀ। लगता है तैयार नहीं है जी अजय। मैं बेनती करांगी जे नहीं रेडी हैगे ਆਪਾਂ ਅਗਲੇ ਸੈਸ਼ਨ ਵੱਲ ਵਧੀਏ ਜੀ। विद्यार्थी जिन्हों ने अपने विचार साझे करने ने ਹਾਂਜੀ
ਵਾਹਿਗੁਰੂ ਜੀ ਅਨਮਿਊਟ ਕਰੋ ਜੀ ਆਪਣੇ ਫੋਨ ਨੂੰ। ਮਨਜੋਤ ਸਿੰਘ ਜੀ ਆਵਾਜ਼ ਨਹੀਂ ਆ ਰਹੀ ਤੁਹਾਡੀ। ਵਾਹਿਗੁਰੂ ਜੀ ਆਪ ਜੀ ਦੀ ਆਵਾਜ਼ ਨਹੀਂ ਆ ਰਹੀ ਜੀ। ਮਨਜੋਤ ਸਿੰਘ ਜੀ ਤੁਹਾਡੀ ਆਵਾਜ਼ ਤਾਂ ਸਾਡੀ ਆਵਾਜ਼ ਨਹੀਂ ਸੁਣ ਪਾ ਰਹੇ। ਵਾਹਿਗੁਰੂ। ਮਨਜੋਤ ਸਿੰਘ ਜੀ ਵਾਹਿਗੁਰੂ ਜੀ। ਵਾਹਿਗੁਰੂ ਜੀ ਆਪ ਜੀ ਦੀ ਆਵਾਜ਼ ਨਹੀਂ ਆ ਰਹੀ ਜੀ। ਹਾਂਜੀ ਵਾਹਿਗੁਰੂ ਜੀ ਮਾਈਕ ਅਨਮਿਊਟ ਕਰੋ ਜੀ। ਸਾਡੀ ਆਵਾਜ਼ ਨਹੀਂ ਆ ਰਹੀ, ਕੋਈ ਟੈਕਨੀਕਲ ਪ੍ਰੋਬਲਮ ਆ ਰਹੀ ਜੀ ਮੈਮ। ਵਾਹਿਗੁਰੂ ਜੀ ਨੈਕਸਟ ਸੈਸ਼ਨ ਵੱਲ ਵਧਦੇ ਹਾਂ, ਸਾਨੂੰ ਸਾਡੀ ਆਵਾਜ਼ ਨਹੀਂ ਆ ਰਹੀ। ਹਾਂਜੀ ਕੁਝ ਕਿਸੇ ਪ੍ਰੋਬਲਮ ਦੇ ਕਰਕੇ ਉਹਨਾਂ ਦੀ ਆਵਾਜ਼ ਨਹੀਂ ਆ ਸਕਦੀ ਜੀ। ਤੇ ਆਪਾਂ ਅਗਲੇ ਸੈਸ਼ਨ ਵੱਲ ਵਧਦੇ ਹਾਂ। ਅੱਜ ਦਾ ਪਹਿਲਾ ਸੈਸ਼ਨ ਸਾਡਾ ਲੈਣਗੇ ਜੀ ਇਸ਼ਮਨਪ੍ਰੀਤ ਕੌਰ ਜੀ, ਤੇ ਇਹ ਅੱਜ ਸਾਨੂੰ ਪ੍ਰੈਪੋਜੀਸ਼ਨਸ ਦੇ ਬਾਰੇ ਦੱਸਣਗੇ ਜੀ, ਚੰਗੀ ਤਰ੍ਹਾਂ ਸਮਝਾਉਣਗੇ। ਮੈਂ ਬੇਨਤੀ ਕਰਦੀ ਹਾਂ ਜੀ ਇਸ਼ਮਨਪ੍ਰੀਤ ਕੌਰ ਜੀ ਨੂੰ ਕਿ ਉਹ ਆਪਣੀ ਵੀਡੀਓ ਔਨ ਕਰ ਲੈਣ। ਇਸ਼ਮਨਪ੍ਰੀਤ ਕੌਰ ਜੀ। ਵੀਰ ਜੀ ਇਸ਼ਮਨਪ੍ਰੀਤ ਕੌਰ ਜੀ ਨੂੰ ਲਿਆਂਦਾ ਜਾਵੇ ਜੀ। ਇਸ਼ਮਨਪ੍ਰੀਤ ਕੌਰ ਜੀ ਆਪਣੀ ਵੀਡੀਓ ਔਨ ਕਰਨ। ਹਾਂਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਅੱਜ ਅਸੀਂ ਪ੍ਰੈਪੋਜੀਸ਼ਨਸ ਕਰਾਂਗੇ ਜੀ। ਪੀਪੀਟੀ ਸ਼ੇਅਰ ਕਰ ਦਿਓ। ਹਾਂਜੀ ਸੋ ਪ੍ਰੈਪੋਜੀਸ਼ਨਸ ਹੁੰਦਾ ਕੀ ਹੈ? ਨੈਕਸਟ ਸਲਾਈਡ ਜੀ। Preposition is used to show the relation between preposition ਜਿਹੜੀ ਹੈ ਉਹ यूज ਹੁੰਦੀ ਹੈ ਰਿਲੇਸ਼ਨ ਸ਼ੋ ਕਰਨ ਲਈ ਕਿੰਦੇ ਚ ਕਿਸੇ ਵੀ ਦੋ ਐਂਟੀਟੀ ਦੇ ਵਿੱਚ ਰਿਲੇਸ਼ਨ ਸ਼ੋ ਕਰਦੀ ਹੈ, ਉਸ ਨੂੰ ਅਸੀਂ prepositions ਕਹਿੰਦੇ ਹਾਂ। ਨੈਕਸਟ ਸਲਾਈਡ ਜੀ। ਜਿਵੇਂ ਕੁਝ ਅਸੀਂ ਹੁਣ prepositions ਕਰਾਂਗੇ। ਫਸਟ preposition ਹੈ ਸਾਡੀ on is used when the place is seen as ਤੁਹਾਡੇ ਸਾਰਿਆਂ ਕੋਲ ਹੁਣ ਨੋਟਬੁੱਕ ਤੇ ਪੈਨ ਤਾਂ ਹੋਏਗਾ ਹੀ, ਤਾਂ ਅਸੀਂ ਐਕਟੀਵਿਟੀ ਕਰਾਂਗੇ ਨਾਲ ਉਸ ਔਨ ਦਾ ਅਸੀਂ ਕਦੋਂ ਯੂਜ਼ ਕਰਨਾ ਔਨ ਵਰਡ? ਜਦੋਂ ਕਿ ਅਸੀਂ ਉਹ ਚੀਜ਼ ਨੂੰ ਕੀ ਹੈ ਇੱਕ ਸਰਫੇਸ ਦੇ ਤਰ੍ਹਾਂ ਨਾਲ ਦੇਖੀਏ, ਮੀਨਸ ਉਹਦਾ ਸਿਰਫ ਉੱਪਰਲੀ ਚੀਜ਼ ਯੂਜ਼ ਕਰਦੇ ਹਾਂ। ਜਿਵੇਂ ਹੁਣ ਕਾਪੀ ਦਾ ਅਸੀਂ ਸਰਫੇਸ ਜਿਹੜਾ ਵਾ ਉਹਦੇ ਉੱਤੇ ਅਸੀਂ ਪੈਨ ਰੱਖ ਦਈਏ ਤਾਂ ਆਪਾਂ ਕੀ ਕਵਾਂਗੇ? the pen is on the notebook। ਪੈਨ ਕੀ ਹੈ? ਨੋਟਬੁੱਕ ਦੇ ਉੱਪਰ ਹੈ, ਠੀਕ ਹੈ। ਇਸ ਲਈ ਔਨ ਨੂੰ ਪੰਜਾਬੀ ਕਹਿੰਦੇ ਨੇ ਉੱਪਰ। ਜਿਵੇਂ ਇਸ ਐਗਜ਼ਾਮਪਲ ਹੈ the book is lying on the table। ਜਿਹੜੀ ਬੁੱਕ ਹੈ ਉਹ ਟੇਬਲ ਦੇ ਉੱਪਰ ਹੈ। ਨੈਕਸਟ ਸਾਡਾ ਆਂਦਾ ਹੈ ਜੀ in is used when the place is seen as an area। in ਉਦੋਂ ਯੂਜ਼ ਹੁੰਦਾ ਹੈ ਜਦੋਂ ਅਸੀਂ ਪਲੇਸ ਨੂੰ ਕੀ ਹੈ ਇੱਕ ਏਰੀਆ ਦੇ ਤੌਰ ਤੇ ਦੇਖਦੇ ਹਾਂ। ਹੁਣ ਆਪਾਂ ਏਰੀਆ ਦੇ ਅੰਦਰ ਜਾਂਦੇ ਹਾਂ, ਮਤਲਬ in ਦਾ ਕੀ ਮਤਲਬ ਹੈ ਅੰਦਰ, ਜਿਵੇਂ ਰੂਮ ਦੇ ਅੰਦਰ ਕੋਈ ਵੀ ਏਰੀਆ ਆਪਾਂ ਲੈ ਸਕਦੇ ਹਾਂ, ਪਿੰਡ ਦੇ ਅੰਦਰ। ਐਗਜ਼ਾਮਪਲ water is in the jug। ਪਾਣੀ ਕੀ ਹੈ? ਜੱਗ ਦੇ ਅੰਦਰ ਹੈ, ਠੀਕ ਹੈ ਜੀ। ਸੋ ਇਹਨੂੰ ਅਸੀਂ ਪੰਜਾਬੀ ਚ ਕੀ ਕਹਿੰਦੇ ਆ? ਅੰਦਰ। ਫਿਰ ਆਂਦਾ ਹੈ ਐਟ ਨੂੰ ਜੇ ਅਸੀਂ ਟਾਈਮ ਦੇ ਤੌਰ ਤੇ ਯੂਜ਼ ਕਰੀਏ ਤਾਂ ਇਹ ਕਿਹਦੇ ਲਈ ਯੂਜ਼ ਹੁੰਦਾ ਹੈ? ਯੂਜ਼ ਟੂ ਪੁਆਇੰਟ ਆਊਟ ਸਪੈਸੀਫਿਕ ਟਾਈਮ। ਕੋਈ ਸਪੈਸੀਫਿਕ ਟਾਈਮ ਦੱਸਣ ਦੇ ਲਈ ਅਸੀਂ ਕਿਹੜੀ ਪ੍ਰੈਪੋਜੀਸ਼ਨ ਯੂਜ਼ ਕਰਾਂਗੇ? ਐਟ ਦਾ ਮਤਲਬ ਹੈ ਤੇ। ਜਿਵੇਂ ਐਗਜ਼ਾਮਪਲ I will meet you at 12 PM। ਮੈਂ ਤੈਨੂੰ 12 ਵਜੇ ਮਿਲੂੰਗਾ, ਹਨਾ। 12 ਵਜੇ ਤੇ ਏਦਾਂ ਆਪਾਂ ਕਹਿ ਸਕਦੇ ਹਾਂ।
इसलिए ਐਟ ਕੀ ਹੈ ਸਪੈਸੀਫਿਕ ਟਾਈਮ ਜਦੋਂ ਦੱਸਦਾ ਪੂਰਾ ਐਗਜ਼ੈਕਟ 12 ਵਜੇ ਜਿਵੇਂ ਇੱਥੇ ਟਾਈਮ ਦੱਸਿਆ ਹੋਇਆ ਉਦੋਂ ਅਸੀਂ ਕੀ ਯੂਜ਼ ਕਰਨਾ ਹੈ ਐਟ। ਨੈਕਸਟ ਸਲਾਈਡ ਜੀ। ਫਿਰ ਆਂਦਾ ਹੈ ਅੰਡਰ। ਅੰਡਰ ਦਾ ਕੀ ਮਤਲਬ ਹੁੰਦਾ ਹੈ ਨੀਚੇ। ਅੰਡਰ ਦਾ ਮਤਲਬ ਨੀਚੇ, ਜਿਵੇਂ ਡੌਗ ਟੇਬਲ ਦੇ ਨੀਚੇ ਹੈ, ਦ ਡੌਗ ਇਜ਼ ਅੰਡਰ ਦ ਟੇਬਲ। ਜਾਂ ਤੁਸੀਂ ਕਰੋ ਨੋਟਬੁੱਕ ਦੇ ਨੀਚੇ ਤੁਸੀਂ ਪੈਨ ਰੱਖਤਾ ਤਾਂ ਆਪਾਂ ਕੀ ਕਵਾਂਗੇ ਪੈਨ ਇਜ਼ ਅੰਡਰ ਦ ਨੋਟਬੁੱਕ। ਏਦਾਂ ਹੀ ਜੇ ਬਿਹਾਈਂਡ ਮਤਲਬ ਪਿੱਛੇ, ਜੇ ਅਸੀਂ ਪੈਨ ਨੂੰ ਕੀ ਹੈ ਨੋਟਬੁੱਕ ਅੱਗੇ ਰੱਖ ਦਈਏ ਪੈਨ ਨੂੰ ਪਿੱਛੇ ਰੱਖ ਦਈਏ ਤਾਂ ਉਹਦਾ ਕੀ ਮਤਲਬ ਆਪਾਂ ਬੋਲਾਂਗੇ ਦ ਪੈਨ ਇਜ਼ ਬਿਹਾਈਂਡ ਦ ਨੋਟਬੁੱਕ। ਪੈਨ ਜੋ ਹੈ ਨੋਟਬੁੱਕ ਦੇ ਪਿੱਛੇ ਹੈ। ਉਹੀ ਜੇ ਅਸੀਂ ਕਾਪੀ ਪਿੱਛੇ ਕਰ ਦਈਏ ਆਪਣੀ ਨੋਟਬੁੱਕ ਤੇ ਪੈਨ ਅੱਗੇ ਕਰ ਦਈਏ ਫਿਰ ਕੀ ਬੋਲਾਂਗੇ ਇਨ ਫਰੰਟ ਆਫ, ਮਤਲਬ ਸਾਹਮਣੇ। ਦ ਪੈਨ ਇਜ਼ in front of the notebook. Next slide ji. Next slide कर दो वीरे। So अगली साडी preposition आंदी है beside। beside ਦਾ ਮਤਲਬ ਕੀ ਹੈ ਜਾਂ ਤਾਂ ਕੋਈ ਸਾਡੇ ਨਾਲ ਬੈਠਾ ਹੈ ਜਾਂ ਬਿਲਕੁਲ ਸਾਡੇ ਨੈਕਸਟ ਬੈਠਾ ਹੈ। ਠੀਕ ਹੈ, ਜਿਵੇਂ I sat beside my father, ਮੈਂ ਆਪਣੇ ਫਾਦਰ ਦੇ ਨਾਲ ਬੈਠੀ ਹੋਈ ਹਾਂ। ਠੀਕ ਹੈ, ਬਿਲੋ ਕੀ ਹੈ ਬਿਲੋ ਦਾ ਮੀਨਸ ਲੈਸ ਦੈਨ। ਬਿਲੋ ਦਾ ਮਤਲਬ ਨੀਚੇ ਨਹੀਂ ਹੁੰਦਾ, ਅਸੀਂ ਕਈ ਵਾਰ ਕਨਫਿਊਜ਼ ਹੋ ਜਾਂਦੇ ਆ। ਬਿਲੋ ਦਾ ਮਤਲਬ ਹੈ ਜਿੰਨਾ ਸਾਨੂੰ ਗਿਵਨ ਹੈ ਓਨਾ ਜਾਂ ਉਹਦੇ ਤੋਂ ਨੀਚੇ, ਉਸ ਤੋਂ ਜ਼ਿਆਦਾ ਨਹੀਂ। ਜਿਵੇਂ ਦਾ ਟੈਂਪਰੇਚਰ ਇਜ਼ ਬਿਲੋ 18 ਡਿਗਰੀ ਟੂਡੇ, ਜਿਹੜਾ ਟੈਂਪਰੇਚਰ ਹੈ ਅੱਜ ਦਾ ਤਾਪਮਾਨ ਉਹ ਕੀ ਹੈ 18 ਡਿਗਰੀ ਤੋਂ ਅੱਜ ਘੱਟ ਹੈ, ਮਤਲਬ 18 ਡਿਗਰੀ ਤੋਂ ਨੀਚੇ ਨੀਚੇ, ਉੱਪਰ ਨਹੀਂ। ਇਸੇ ਤਰ੍ਹਾਂ above when there is no movement। above ਅਸੀਂ preposition ਉਦੋਂ यूज ਕਰਨੀ ਹੈ ਜਦੋਂ ਕੋਈ मूवमेंट नहीं ਹੁੰਦੀ, ਮਤਲਬ ਹਿਲਜੁਲ ਕੋਈ ਨਹੀਂ ਹੁੰਦੀ। ਜਿਵੇਂ the pen is lying above the sofa, ਸੋਫੇ ਦੇ ਉੱਪਰ ਪੈਨ ਪਿਆ ਹੈ। ਪੈਨ ਹੁਣ ਆਪਣੇ ਆਪ ਤਾਂ ਤੁਰ ਫਿਰ ਨਹੀਂ ਸਕਦਾ, ਇਸੇ ਕੋਈ मूवमेंट नहीं है, ਸਿਰਫ ਪੈਨ ਕੀ ਹੈ ਸੋਫੇ ਦੇ ਉੱਪਰ ਪਿਆ ਹੈ, ਇਸ ਲਈ ਅਸੀਂ ਕੀ यूज ਕਰਾਂਗੇ above। ਸੋ ਨੈਕਸਟ ਸਾਡਾ ਆਂਦਾ ਹੈ over। over ਦਾ ਮਤਲਬ ਹੈ ਜਦੋਂ ਕਿ ਕਿਸੇ ਚੀਜ਼ ਦੀ ਮੂਵਮੈਂਟ ਹੋਵੇ। ਹੁਣ ਅਸੀਂ ਤਾਂ ਇੱਕ ਜਗ੍ਹਾ ਤੇ ਜਿਵੇਂ ਖੜੇ ਆ, ਜੇ the plane flew over the building, ਜੇ ਸਾਡੇ ਉੱਪਰੋਂ ਦੀ ਪਲੇਨ ਗੁਜ਼ਰ ਰਿਹਾ ਹੋਵੇ ਤਾਂ ਆਪਾਂ ਕੀ ਆ above ਨਹੀਂ ਯੂਜ਼ ਕਰਾਂਗੇ। ਕਿਉਂ? ਕਿਉਂਕਿ ਮੂਵਮੈਂਟ ਹੋ ਰਹੀ ਹੈ ਐਰੋਪਲੇਨ ਦੀ, ਹਨਾ, ਇਸ ਲਈ। ਤਾਂ ਉਦੋਂ ਅਸੀਂ ਕੀ ਯੂਜ਼ ਕਰਾਂਗੇ over। ਮੂਵਮੈਂਟ ਜਦੋਂ ਸ਼ੋ ਕਰਨੀ ਹੋਵੇ ਉਦੋਂ ਅਸੀਂ over ਯੂਜ਼ ਕਰਾਂਗੇ। the plane flew over the building। ਨੈਕਸਟ ਸਲਾਈਡ ਜੀ। ਹੁਣ ਕੁਝ ਪ੍ਰੈਪੋਜੀਸ਼ਨਸ ਜਿਨ੍ਹਾਂ 'ਚ ਅਸੀਂ ਕਨਫਿਊਜ਼ ਹੋ ਜਾਂਦੇ ਆ, ਦੋਨੋਂ ਇੱਕ ਦੂਸਰੇ ਜਗ੍ਹਾ ਤੇ ਅਸੀਂ ਯੂਜ਼ ਕਰ ਲੈਂਦੇ ਆ, ਜਿਵੇਂ in ਤੇ into। in ਕਦੋਂ ਅਸੀਂ ਯੂਜ਼ ਕਰਨਾ ਹੈ ਜਦੋਂ ਕਿ ਕੰਟੇਨਮੈਂਟ, ਜਿਵੇਂ ਮੈਂ ਪਿੱਛੇ ਦੱਸਿਆ ਸੀ ਅੰਦਰ। in ਦਾ ਮਤਲਬ ਕੀ ਹੈ ਅੰਦਰ, ਮਤਲਬ ਕੰਟੇਨ ਕੁਝ ਹੋਵੇ ਜਿਸ ਵਿੱਚ, ਜਿਵੇਂ the pen is in the notebook, ਨੋਟਬੁੱਕ ਦੇ ਵਿੱਚ ਕੀ ਹੈ ਪੈਨ ਹੈ। ਤੇ into ਕੀ ਇੰਡੀਕੇਟ ਕਰਦਾ ਹੈ ਮੂਵਮੈਂਟ, ਹਿਲਜੁਲ। into ਕੀ ਹੈ ਇੰਡੀਕੇਟ ਕਰਦਾ ਹੈ, ਜਿਵੇਂ the boy jumped into the river, ਜਿਹੜਾ ਬॉय ਆ ਉਹ ਕੀ ਹੈ ਰਿਵਰ ਦੇ ਵਿੱਚ ਕੁੱਦ ਗਿਆ, ਇਸ ਲਈ ਅਸੀਂ ਉਦੋਂ ਕੀ ਯੂਜ਼ ਕਰਾਂਗੇ into, ਕਿਉਂਕਿ ਉਹਦੇ ਚ ਮੂਵਮੈਂਟ ਹੋ ਰਹੀ ਹੈ। ਨੈਕਸਟ ਸਲਾਈਡ ਜੀ। ਫਿਰ ਆਂਦਾ ਹੈ for and since। for is used for a period of time। ਜਦੋਂ ਕੋਈ ਟਾਈਮ ਪੀਰੀਅਡ ਅਸੀਂ ਸ਼ੋ ਕਰਨਾ ਹੋਵੇ ਉਦੋਂ ਅਸੀਂ ਕੀ ਆ for ਯੂਜ਼ ਕਰਦੇ ਹਾਂ, ਜਿਵੇਂ 5 ਦਿਨਾਂ ਲਈ for a week, for 5 days। since ਕਦੋਂ ਯੂਜ਼ ਕਰਨਾ ਵਾ ਜਦੋਂ ਅਸੀਂ ਇੱਕ ਪੁਆਇੰਟ ਆਫ ਟਾਈਮ ਮੀਨਸ ਦੱਸ ਰਹੇ ਹਾਂ ਕਿ ਉਦੋਂ ਤੋਂ। since ਕੀ ਆ ਜਦੋਂ ਉਦੋਂ ਤੋਂ, ਜਿਵੇਂ ਬਹੁਤ ਸਾਰੇ ਸ਼ੋਪਸ ਦੇ ਬਾਅਦ ਵੀ ਲਿਖਿਆ ਹੁੰਦਾ ਹੈ since 1961, since 1969, ਹਨਾ। ਅਸੀਂ ਏਦਾਂ ਵੀ ਯੂਜ਼ ਕਰ ਸਕਦੇ ਹਾਂ it has been raining since 5। ਸਵੇਰ ਦੇ 5 ਵਜੇ ਤੋਂ ਕੀ ਹੈ ਬਾਰਿਸ਼ ਹੋਈ ਜਾ ਰਹੀ ਹੈ, ਤਾਂ ਉਦੋਂ ਅਸੀਂ ਕੀ ਯੂਜ਼ ਕਰਨਾ ਹੈ since। ਨੈਕਸਟ ਸਲਾਈਡ ਜੀ। ਫਿਰ ਆਂਦਾ ਹੈ on and upon। on ਜਿਵੇਂ ਅਸੀਂ ਪਹਿਲਾਂ ਡਿਸਕਸ ਕਰ ਚੁੱਕੇ ਹਾਂ, on ਦਾ ਮਤਲਬ ਕੀ ਹੈ ਕਿਸੇ ਚੀਜ਼ ਦੇ ਉੱਤੇ ਦੂਸਰੀ ਚੀਜ਼ ਦੀ ਕੋਈ ਪੋਜੀਸ਼ਨ ਉੱਪਰ, ਜਿਵੇਂ the book is on the table। ਤੇ upon ਕਦੋਂ ਯੂਜ਼ ਕਰਨਾ ਹੈ ਅਸੀਂ ਜਦੋਂ ਮੂਵਮੈਂਟ ਹੁੰਦੀ ਹੈ, ਜਿਵੇਂ the cat jumped upon the rat। cat ਕੀ ਹੈ ਰੈਟ ਦੇ ਉੱਪਰ ਜੰਪ ਕਰ ਗਈ, ਇਹਦੇ ਚ ਮੂਵਮੈਂਟ ਹੋ ਰਹੀ ਹੈ, ਇਸ ਲਈ ਕੀ ਆਪਾਂ ਲਿਖਣਾ ਹੈ upon। ਹੁਣ into ਕਦੋਂ ਯੂਜ਼ ਕਰਨਾ ਹੈ ਜਦੋਂ ਅਸੀਂ ਕਿਸੇ ਚੀਜ਼ ਦੇ ਅੰਦਰ ਜਾ ਰਹੇ ਹਾਂ। ਹੁਣ ਉਹ ਰਿਵਰ ਦੇ ਅੰਦਰ ਜਾ ਰਿਹਾ ਸੀ, ਮੂਵਮੈਂਟ ਸੀਗੀ ਪਰ ਅੰਦਰ ਵੱਲ ਨੂੰ, ਇਸ ਲਈ ਆਪਾਂ ਕੀ ਯੂਜ਼ ਕਰਾਂਗੇ into। ਹੁਣ ਇਹਦੇ ਚ ਕੀ ਹੈ ਰੈਟ ਦੇ ਉੱਪਰ ਚੜ ਰਹੀ ਹੈ, ਅੰਦਰ ਨਹੀਂ ਜਾ ਰਹੀ ਰੈਟ ਦੇ, ਇਸ ਲਈ ਆਪਾਂ ਕੀ ਯੂਜ਼ ਕਰਾਂਗੇ upon। ਨੈਕਸਟ ਜੀ।
फिर आंदा है between and among. between ਅਸੀਂ ਮੈਥਮੈਟਿਕਸ 'ਚ ਵੀ ਕਰਦੇ ਹਾਂ, ਜਿਵੇਂ before ਹੁੰਦਾ ਹੈ, after ਹੁੰਦਾ ਹੈ। before after ਦੇ ਵਿਚਕਾਰ ਕੀ ਹੁੰਦਾ ਹੈ? between means between ਕੀ ਹੈ? ਦੋ ਚੀਜ਼ਾਂ ਦੇ ਵਿਚਕਾਰ ਨੂੰ ਕੀ ਕਹਿੰਦੇ ਆਪਾਂ? between, center ਦੇ ਵਿੱਚ। the pen is between the two books, sides ਤੇ two books ਨੇ, ਵਿਚਕਾਰ ਕੀ ਹੈ? pen ਹੈ, ਤਾਂ ਆਪਾਂ ਕੀ ਕਵਾਂਗੇ? the pen is between the two books। ਪਰ ਜਦੋਂ among ਕਦੋਂ ਯੂਜ਼ ਕਰਨਾ? ਜਦੋਂ ਅਸੀਂ ਦੋ ਤੋਂ ਵੱਧ ਚੀਜ਼ਾਂ ਲਈ ਦੋ ਤੋਂ ਵੱਧ ਚੀਜ਼ਾਂ ਹੋਣ ਜਦੋਂ। among is used for more than two things, ਜਿਵੇਂ distribute the prizes among the children, ਜਿਹੜੇ prizes ਨੇ ਉਹਨਾਂ ਨੂੰ ਕੀ ਆ? ਬੱਚਿਆਂ ਦੇ ਵਿੱਚ ਵੰਡ ਦੋ। ਹੁਣ ਇਹਦੇ 'ਚ ਦੋ ਜਣੇ ਨਹੀਂ ਹੈਗੇ, ਦੋ ਤੋਂ ਵੱਧ ਨੇ, children ਕਿੰਨੇ ਵੀ ਹੋ ਸਕਦੇ ਨੇ, ਤਾਂ ਉਦੋਂ ਅਸੀਂ ਕੀ ਯੂਜ਼ ਕਰਾਂਗੇ? among। ਨੈਕਸਟ ਸਲਾਈਡ ਜੀ। ਫਿਰ ਆਂਦੀ ਹੈ ਸਾਡੀ ਪ੍ਰੈਪੋਜੀਸ਼ਨ towards। towards ਦਾ ਮਤਲਬ ਹੈ ਉਹਦੇ ਵੱਲ, ਜਿਵੇਂ she ran towards the house, ਉਹ ਕੀ ਹੈ? ਹਾਊਸ ਦੇ ਵੱਲ ਭੱਜੀ। ਤਾਂ ਉਦੋਂ ਆਪਾਂ ਕੀ ਕਰਾਂਗੇ? ਜੋ ਵੱਲ ਆਵੇ ਉਦੋਂ ਅਸੀਂ ਪ੍ਰੈਪੋਜੀਸ਼ਨ ਯੂਜ਼ ਕਰਨੀ ਹੈ towards। ਫਿਰ ਨੈਕਸਟ ਸਾਡਾ ਆਂਦਾ ਹੈ across। across ਦਾ ਕੀ ਮਤਲਬ ਹੈ? ਕਿਸੇ ਚੀਜ਼ ਦੀ ਇੱਕ ਸਾਈਡ, ਜਿਵੇਂ I walked across the river। ਹੁਣ ਆਪਾਂ ਰਿਵਰ ਦੇ ਵਿੱਚ ਥੋੜੀ ਤੁਰਾਂਗੇ, ਰਿਵਰ ਦੀ ਸਾਈਡ ਤੇ ਤੁਰ ਰਹੇ ਹੋਵਾਂਗੇ, ਇਸ ਲਈ ਕੀ ਆਪਾਂ ਯੂਜ਼ ਕਰਾਂਗੇ? across। I walked across the river। ਇਸੇ ਤਰ੍ਹਾਂ along। along is used to talk about movement on or beside a line, ਜਾਂ ਤਾਂ ਅਸੀਂ ਲਾਈਨ ਦੇ ਉੱਪਰ ਚੱਲ ਰਹੇ ਹੋਈਏ ਜਾਂ ਉਹਦੇ ਨਾਲ ਨਾਲ। beside ਦਾ ਆਪਾਂ ਕੀਤਾ ਸੀ next ਜਾਂ ਉਸ ਤੋਂ ਅੱਗੇ, ਉਦੋਂ ਆਪਾਂ ਕੀ ਯੂਜ਼ ਕਰਨਾ ਹੈ? along। ਜਿਵੇਂ she walked along the footpath, ਉਹ ਕੀ ਹੈ? ਫੁੱਟਪਾਥ ਦੇ ਨਾਲ ਨਾਲ ਜਾਂ ਫੁੱਟਪਾਥ ਦੇ ਉੱਪਰ ਤੁਰ ਰਹੀ ਸੀ, ਠੀਕ ਹੈ। ਅੱਗੇ around। around ਕੀ ਹੈ? to move around a place means to go along its edge। ਕਿਸੇ ਚੀਜ਼ ਦੇ ਆਸੇ ਪਾਸੇ ਘੁੰਮਣਾ, ਉਹਦਾ ਮਤਲਬ ਕੀ ਹੈ? ਆਪਾਂ ਉਹਦੇ edges, ਜਿਵੇਂ ਅਸੀਂ ਪਰਿਕਰਮਾ ਵੀ ਕਰਦੇ ਹਾਂ, ਤਾਂ ਪਰਿਕਰਮਾ 'ਚ ਕੀ ਆ? ਕਿਨਾਰੇ ਹੁੰਦੇ ਨੇ ਨਾ, ਆਪਾਂ ਵਿਚਕਾਰ ਨਹੀਂ ਕਰਦੇ, ਸਾਈਡ ਤੇ ਕਰਦੇ ਹੁੰਦੇ ਆ। ਉਦਾਂ ਹੀ ਅਰਾਊਂਡ ਦਾ ਕੀ ਮਤਲਬ ਹੈ? ਸਾਈਡਾਂ ਤੇ, ਜਦੋਂ ਅਸੀਂ ਆਸੇ ਪਾਸੇ ਘੁੰਮੀਏ ਐਜਿਸ ਦੇ ਨਾਲ। he went around the corner and disappeared, ਕਿ ਉਹ ਕਾਰਨਰ ਦੇ ਵੱਲ ਜਾ ਰਿਹਾ ਸੀ ਤੇ ਉੱਥੇ ਜਾ ਕੇ ਇੱਕਦਮ ਗਾਇਬ ਹੋ ਗਿਆ। ਨੈਕਸਟ ਸਲਾਈਡ ਜੀ। ਫਿਰ ਆਉਂਦੇ ਨੇ ਪ੍ਰੈਪੋਜੀਸ਼ਨਸ ਆਫ ਟਾਈਮ ਐਂਡ ਡੇਟ। ਜਿਹੜੇ ਟਾਈਮ ਤੇ ਡੇਟ ਦੇ ਲਈ ਪ੍ਰੈਪੋਜੀਸ਼ਨ ਯੂਜ਼ ਹੁੰਦੇ ਨੇ, ਅਸੀਂ ਉਹ ਪ੍ਰੈਪੋਜੀਸ਼ਨ ਦੀ ਗੱਲ ਕਰਾਂਗੇ। ਜਿਵੇਂ ਸਾਡਾ ਐਟ, ਇਹ ਕੀ ਹੈ? ਫਿਕਸ ਟਾਈਮ ਲਈ ਯੂਜ਼ ਹੁੰਦਾ ਹੈ, ਜਿੰਨਾ ਆਪਾਂ ਸਪੈਸੀਫਿਕ ਟਾਈਮ ਦੱਸਦੇ ਹਾਂ। ਐਟ, ਜਿਵੇਂ ਐਗਜ਼ਾਮਪਲ ਐਟ 5 o'clock। ਇਹਦੀ ਔਨ ਕਿਹਦੇ ਲਈ ਯੂਜ਼ ਕਰਦੇ ਹਾਂ ਆਪਾਂ? ਕੋਈ ਡੇ ਹੋਵੇ ਵੀਕ ਦਾ, ਕੋਈ ਮੰਥ ਦੀ ਕੋਈ ਵੀ ਡੇਟ ਹੋਏ ਜਾਂ ਫੈਸਟੀਵਲਸ ਹੋਏ, ਉਦੋਂ ਆਪਾਂ ਕੀ ਹੈ? ਔਨ ਯੂਜ਼ ਕਰਦੇ ਹਾਂ। ਜਿਵੇਂ ਔਨ ਵੈਡਨਸਡੇ, ਔਨ 15th of May, ਔਨ ਦੀਵਾਲੀ। ਫਿਰ ਔਨ ਟਾਈਮ। ਔਨ ਟਾਈਮ ਦਾ ਕੀ ਮਤਲਬ ਹੈ? ਸਮੇਂ ਸਿਰ, ਜਿਵੇਂ we reached the station on time, ਅਸੀਂ ਬਿਲਕੁਲ ਟਾਈਮ ਤੇ ਸਟੇਸ਼ਨ ਪਹੁੰਚ ਗਏ। ਤੇ ਬਾਈ ਕੀ ਹੈ? ਬਿਫੋਰ ਦਿਸ ਟਾਈਮ, ਮਤਲਬ ਕਿ ਉਦੋਂ ਤੱਕ ਅਸੀਂ ਪਹੁੰਚ ਜਾਵਾਂਗੇ। ਜਿਵੇਂ I will be there by 5 o'clock, ਜਿਵੇਂ ਆਪਾਂ ਕਹਿ ਦਿੰਦੇ ਆ ਕਿ ਮੈਂ 5 ਵਜੇ ਤੱਕ ਤੇਰੇ ਕੋਲ ਪਹੁੰਚ ਜਾਊਂਗਾ, ਤਾਂ ਇੰਗਲਿਸ਼ 'ਚ ਆਪਾਂ ਕੀ ਕਵਾਂਗੇ? I will be there by 5 o'clock, ਉਸ ਤੋਂ ਪਹਿਲਾਂ ਅਸੀਂ ਪਹੁੰਚ ਜਾਵਾਂਗੇ। ਨੈਕਸਟ ਸਲਾਈਡ ਜੀ। ਫਿਰ ਆਉਂਦੇ ਨੇ ਪ੍ਰੈਪੋਜੀਸ਼ਨਸ ਆਫ ਟਰੈਵਲ, ਜਿਹੜੇ ਅਸੀਂ ਹੁਣ ਟਰੈਵਲਿੰਗ ਟਾਈਮ ਯੂਜ਼ ਕਰ ਸਕਦੇ ਹਾਂ, ਉਹ ਵਾਲੇ ਪ੍ਰੈਪੋਜੀਸ਼ਨਸ ਦੀ ਹੁਣ ਅਸੀਂ ਗੱਲ ਕਰਾਂਗੇ। ਜਿਵੇਂ ਫਸਟ ਹੈ ਬਾਈ। we travel by bus, car, train, etc. ਮੀਨਸ ਅਸੀਂ ਉਹਦੇ ਦੁਆਰਾ ਟਰੈਵਲ ਕਰਦੇ ਹਾਂ, ਜਿਵੇਂ ਬੱਸ ਦੇ ਦੁਆਰਾ, ਕਾਰ ਦੇ ਦੁਆਰਾ, ਟ੍ਰੇਨ ਦੇ ਦੁਆਰਾ, ਤਾਂ ਆਪਾਂ ਕੀ ਯੂਜ਼ ਕਰਾਂਗੇ? ਬਾਈ। we travel by bus, car, train, etc. ਔਨ ਕਦੋਂ ਯੂਜ਼ ਕਰਨਾ ਵਾ? ਜਦੋਂ ਅਸੀਂ ਆਪਣੀ ਚੀਜ਼ ਯੂਜ਼ ਕਰ ਰਹੇ ਹਾਂ, ਜਿਵੇਂ ਅਸੀਂ ਬਾਈਸਾਈਕਲ ਦੇ ਉੱਪਰ ਬੈਠ ਕੇ ਜਾ ਰਹੇ ਹਾਂ, ਅਸੀਂ ਆਪਣੇ ਪੈਰ ਯੂਜ਼ ਕਰ ਰਹੇ ਹਾਂ, ਪੈਰਾਂ ਤੁਰ ਰਹੇ ਹਾਂ। we travel on foot, on bicycle। ਫਿਰ ਆਂਦਾ ਹੈ from ਤੇ to। we travel from ਹੁੰਦਾ ਹੈ ਤੋਂ, ਜਿਵੇਂ ਆਪਾਂ ਕਹਿ ਦਿੰਦੇ I am from ਲੁਧਿਆਣਾ, ਮੈਂ ਲੁਧਿਆਣੇ ਤੋਂ ਆ, ਉਦਾਂ ਹੀ from ਕੀ ਆ? we travel from golden temple to ਲੁਧਿਆਣਾ, ਮੈਂ golden temple ਤੋਂ ਲੁਧਿਆਣਾ ਤੱਕ, to ਦਾ ਮਤਲਬ ਤੱਕ। we travel from golden temple to ਲੁਧਿਆਣਾ, ਮੈਂ golden temple ਤੋਂ ਲੁਧਿਆਣਾ ਤੱਕ ਟਰੈਵਲ ਕੀਤਾ। ਨੈਕਸਟ ਸਲਾਈਡ ਜੀ। ਇਹ ਲਾਸਟ ਸਲਾਈਡ। ਇਸ ਨਾਲ ਸਾਡੀ ਪ੍ਰੈਪੋਜੀਸ਼ਨਸ ਦੀ ਸਮਾਪਤੀ
ਕੀਤੀ ਹੁੰਦੀ ਹੈ ਭੁੱਲਾ ਚੁੱਕਾ ਦੀ ਖਿਮਾ ਜੀ। ਆਈ ਹੋਪ ਤੁਹਾਨੂੰ ਸਮਝ ਆ ਗਿਆ ਹੋਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ, ਵਾਹਿਗੁਰੂ ਜੀ। ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇਸ਼ਮਨਪ੍ਰੀਤ ਕੌਰ ਜੀ ਨੇ ਸਾਨੂੰ ਪ੍ਰੈਪੋਜੀਸ਼ਨ ਸਮਝਾਏ ਨੇ ਜੀ, ਤੇ ਉਮੀਦ ਕਰਦੇ ਹਾਂ ਕਿ ਸਾਰੇ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਮਝ ਆ ਗਏ ਹੋਣਗੇ। ਤੇ ਹੁਣ ਅਸੀਂ ਆਪਣੇ ਦੂਸਰੇ ਸੈਸ਼ਨ ਦੇ ਵੱਲ ਵਧਦੇ ਹਾਂ ਜੀ। ਦੂਜਾ ਸੈਸ਼ਨ ਜੀ ਸਾਡਾ ਲੈਣਗੇ ਜੀ ਜਸਬੀਰ ਕੌਰ ਜੀ, ਤੇ ਇਹਨਾਂ ਦਾ ਵਿਸ਼ਾ ਹੋਏਗਾ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਇਨਸਾਈਟਸ ਆਫ ਰੀਡਿੰਗ ਗੁਰਬਾਣੀ ਵਾਈਲ ਡੂਇੰਗ ਸਹਿਜ ਪਾਠ। मैं बेनती करती हाँ मैम नूं कि वो अपना विषय आरंभ करन जी। वाहिगुरू जी का खालसा, वाहिगुरू जी की फतेह। वाहिगुरू जी का खालसा, वाहिगुरू जी का खालसा, वाहिगुरू जी की फतेह। आज का जो साडा टॉपिक है इनसाइट्स ऑफ रीडिंग गुरबाणी वाइल डूइंग सहज पाठ। कि सहज पाठ करते हुए इनसाइट्स ऑफ रीडिंग गुरबाणी वाइल डूइंग सहज पाठ। सहज पाठ करते हुए साडे मन च बड़े सारे क्वेश्चंस आते हैं कि जिवें बड़ी सारी पंक्तियां आंदियां, इनू किवें असीं उच्चारण करना है, या कोई सिरलेख आंदा है, कोई नंबर दिता हुंदा है, ते जिवें रहाऊ आ गया, शुद्ध हो गया, शुद्ध किचया हो गया, किवें असीं इन्हां नूं प्रोनाउंस करना है, या इहदा की मतलब है, गुरु साहिब ने क्यों उच्चारिया है। बड़े सारे क्वेश्चन साडे मन विच आंदे ने। कई बारी असीं क्वेश्चनस नूं ना निगलैक्ट कर दिंदे हां, असीं सोचदे नहीं हां, असीं विचारदे नहीं हां इस बारे। पर सानू जिथों भी सानू कुछ नवा सीखण नूं मिले, असीं जरूर इस चीज़ नूं विचारीए, क्योंकि जो गुरु साहब ने बाणी लिखी है ना, वो बड़े ही ऊपर उच्च लैवल ते लिखी है। जो गुरु ग्रंथ साहिब की संपादना हुई है बड़े ऊपर लैवल ते हुई है। ते असीं कोशिश करिए कि जो भी सानू कुछ नवा पॉइंट मिले, असीं जरूर उस बारे डिस्कस करिए किसी नाल, असीं सर्च कर सकते हैं। सो अज असीं इस बारे थोड़ी बहुत डिस्कशन करांगे। जो मैनू किसी तो सीखण नूं मिलिया, जित्थों भी कोई सीखण नूं मिलिया, अज मैं आप जी नाल शेयर करांगी। ते अज टॉपिक शुरू करने तो पहला मैं एक गल जरूर कहनी चाहांगी कि जो गुरबाणी है वो अगाध बोध है। जिन्हां ने रची है, जिन्हां ने लिखी है, एग्जैक्ट प्रोनाउंसिएशन जो परफेक्शन है वो उन्हां नूं पता है। गुरु साहिब संपूर्ण ने उन्हां नूं पता है कि उन्होंने ये बाणी जो रची है किस विध विच रची, ते इहदा किसी भी चीज़ दा एग्जैक्ट की है, बोलना की है, उहदी प्रोनाउंसिएशन की है। सो इस इत्थे सारियां दे व्यू एक्सेप्टेबल्स हुंदे ने कि असी सब दे व्यूज एक्सेप्टेबल ने कि अगर कोई किसी नूं किस चीज़ नाल किस वे नाल पढ़ रहा है, हर एक दा व्यू इत्थे एक्सेप्टेबल है। सो असी किसी भी तरह दे तर्क विच नहीं पैना कि नहीं इन्हां दा सही है या उन्हां दा सही है, क्योंकि मैं पहले एक गल कही है कि जिन्हां ने रची है उन्हां नूं एग्जैक्ट पता है कि परफेक्शन की है। सो जिन्ना भी गुरु साहब ने थोड़ा बहुत जो जिथों जिहड़ी चीज़ सीखण नूं मिली वो मैं आप जी नाल शेयर करना चाहांगी। नेक्स्ट स्लाइड प्लीज। हाँ जी, सब तो पहला असी श्री गुरु ग्रंथ साहिब जी बारे मुढ़ली जानकारी स्टार्ट करांगे कि गुरु ग्रंथ साहिब जी विच कुल अंग ने 1430, राग है जी 31 राग है, 31 मुख राग है ते 31 ही राग प्रकार ने। फिर आंदी है जी वारा, 22 वारा ने श्री गुरु ग्रंथ साहिब जी विच, 9 धुनियां ने, ठीक है जी। उस बार आगे बाणीकार। गुरु ग्रंथ साहिब जी विच 6 गुरु साहिबान की बाणी दर्ज है। पहले 5 गुरु साहिबान ते फिर 9वें गुरु साहिबान। 6वें 7वें 8वें ते 10वें गुरु साहिब की बाणी है वो गुरु ग्रंथ साहिब जी विच नहीं रचित है, ठीक है जी। पहले 5 गुरु साहिबान ते फिर 9वें गुरु साहिबान। उस तो बाद 15 भगत, 11 भट्ट साहिबान ते 3 गुरसिखां की बाणी दर्ज। नेक्स्ट जी। हुण आ गया कि श्री गुरु ग्रंथ साहिब जी विच जो बाणी की तरतीब है वो किस अकॉर्डिंग है। सब तो पहला आंदियां ने जी नितनेम दी बाणियां जो अंग नंबर 1 तो 13 तक दर्ज है। नितनेम दी बाणियां तो बाद आंदी है रागबद्ध बाणी, जिवें असीं हुणे पिछे पढ़िया कि 31 राग है। रागबद्ध बाणी अंग नंबर 14 तो 1352 तक है। इहदे विच की है कि जिहड़ी बाणी है वो राग दे हेठ ही दर्ज है, एक राग दे विच दर्ज है। जो 31 राग है उन्हां दे विच दर्ज है। उस तो बाद नेक्स्ट आंदी है राग मुक्त बाणी, जो ये बाणी है ये राग तो बिना है। नेक्स्ट जी। हाँ जी, हुण सब तो पहला आ गया राग मुक्त। जेड़े नितनेम दी बाणियां विचों राग मुक्त बाणी है जपजी साहिब, क्योंकि असीं देखते हैं जी जपजी साहिब उत्ते कोई टाइटल नहीं गिवन, कोई भी राग का नाम गिवन नहीं है। सब तो पहली बाणी है जो
ਇਹ ਸਾਡੀ ਰਾਗ ਮੁਕਤ ਬਾਣੀ ਹੈ। ਉਸ ਤੋਂ ਬਾਅਦ 31 ਰਾਗ, पहला राग श्री राग ते लास्ट राग जैजावंती राग है। जो लास्ट राग है जी जैजावंती राग, इस राग दे विच केवल ते केवल श्री गुरु तेग बहादुर साहिब जी की बाणी दर्ज है, और किसी गुरु साहिब की बाणी जैजावंती राग विच दर्ज नहीं है। हुण इत्थे तक तां जैजावंती राग तक साडी रागबद्ध बाणी आ जाती है। उस तो बाद श्लोक संस्कृति, गाथा, पुन्हे बाणी, चौबोले या श्लोक भगत कबीर जी के, फरीद जी के, सवैये श्री मुखवाक सवैये जो पट्टा दे सवैये हैं, ठीक है जी। तो उस तो बाद श्लोक वारा ते वधीक जो ए है, ये सारी राग मुक्त बाणी है, इहदे विच राग नहीं है। आप जी स्लाइड्स से स्क्रीनशॉट ले सकते हो जी, ते या फिर अपनी नोटबुक पे तुसीं जरूर नोट कर लेना। नेक्स्ट जी, हुण उस तो बाद आंदा है, असीं देखते हैं कि किसी भी राग तो पहला ना मंगलाचरण हुंदा है, लिखिया हुंदा है। मंगलाचरण बेसिकली की है, मंगलाचरण एक बेनती है जो गुरु साहब ने बाणी लिखण तो पहला, शब्द लिखण तो पहला परमात्मा अगे कीती कि तुहाडी किरपा नाल मैं लिखण जा रहा, ठीक है जी। ये बेसिकली बेनती दा शब्द है। हुण मंगलाचरण के 4 रूप सानूं देखण नूं मिल रहे ने। जो पहला रूप है वो मूल मंत्र दा रूप है। हुण असीं पिछे डिस्कस कीता है कि 31 राग है, किसी भी राग की स्टार्टिंग तो पहला, किसी भी राग जिवें श्री राग स्टार्ट होया है, ओहदे स्टार्टिंग विच सब तो पहला जिहड़ा मंगलाचरण है वो पूरा मूल मंत्र दा हुंदा है। संपूर्ण जो मूल मंत्र है वो आंदा है जी, एक ओंकार तो लेके गुर प्रसाद तक। किसी भी राग विच, श्री राग, राग आसा, दूसरी जिन्ने भी राग हैं, जो स्टार्टिंग विच मंगलाचरण होएगा वो संपूर्ण होएगा। उस तो बाद सेकंड है एक ओंकार सतगुर प्रसाद। ये जो साडे कोल सेकंड दूसरा रूप है मंगलाचरण दा, ये मोस्टली शब्दां तो पहला हुंदा है, और ये बहुत ज्यादा कह लो कि प्रचलित जो रूप है एक ओंकार सतगुर प्रसाद कि मोस्टली शब्दां तो पहला जो एदा ए वाला स्वरूप देखने को मिलता है। उस तो बाद साडे कोल है जी एक ओंकार सतनाम गुर प्रसाद, ते जिहड़ा चौथा रूप है वो है जी एक ओंकार सतनाम करता पुरख गुर प्रसाद। ये मंगलाचरण के रूप हैं। मोस्टली की हुंदा है, ज्यादातर सैकेंड ते थर्ड वाले विच ना कंफ्यूजन हो जाती है जो ਅਸੀਂ जल्दी जल्दी पढ़ते हैं, क्योंकि एक ओंकार सतगुर प्रसाद, एक ओंकार सतनाम गुर प्रसाद, ਇਹਦੇ ਵਿੱਚ ਜ਼ਿਆਦਾतर ਪੜਨ ਚ ਗਲਤੀ ਹੋ ਜਾਂਦੀ ਕਿਉਂਕਿ ਸਾਡੇ ਮੂੰਹ ਤੇ ਚੜਿਆ ਹੁੰਦਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਸੋ ਜਦੋਂ ਵੀ ਅਸੀਂ ਪੜਨਾ ਹੈ ਬਹੁਤ ਧਿਆਨ ਨਾਲ ਦੇਖ ਕੇ ਪੜਨਾ ਕਿ ਗੁਰੂ ਸਾਹਿਬ ਨੇ ਕਿਹੜੀ ਚੀਜ਼ ਕਿਵੇਂ ਲਿਖੀ ਹੈ। ਨੈਕਸਟ ਹੁਣ ਆ ਗਏ ਜੀ ਸਾਡੇ ਕੋਲ ਇੱਕ ਤੁਕੇ ਵਾਲੇ ਸ਼ਬਦ। ਇੱਕ ਤੁਕੇ ਇਸ ਸਿਰਲੇਖ ਤੋਂ ਹੀ ਪਤਾ ਲੱਗ ਰਿਹਾ ਕਿ ਜਿਸ ਵਿੱਚ ਇੱਕ ਤੁਕ ਹੋਵੇ। ਹੁਣ ਦੇਖੋ ਜੀ ਇੱਥੇ ਲਿਖਿਆ ਹੈ ਇੱਕ ਤੁਕੇ ਵਾਲਾ ਸ਼ਬਦ, मारू महला पंजवा, घर तीजा, अष्टपदियां, एक ओंकार सतगुर प्रसाद, लख 84 भ्रमते भ्रमते, दुर्लभ जन्म अब पायो। उस तो बाद देखो जी दो डंडियां, फिर एक अंक दिता है एक, फिर दो डंडियां पाइयां। ਇਹਦਾ मतलब की है कि एक पंक्ति कंप्लीट हो गई है जी। जो एक पदा है वो एक पंक्ति का ही है साडे कोल। उस तो बाद रहाऊ वाली पंक्ति आ गई जी। उस तो बाद फिर देखो रेड सर्कल किया हुआ है, एक पंक्ति तो बाद रेड सर्कल है, इट मीन्स कि एक तुके वाला शब्द है। इस शब्द दे विच एक लाइन कंप्लीट है, एक पंक्ति का जो ये शब्द काउंट हो रहा, एक पदा एक पंक्ति का है जी, ठीक है जी। इन्हें बोलते एक तुके वाला शब्द। नेक्स्ट जी, ਹੁਣ ਆਗੇ ਸਾਡੇ ਕੋਲ ਦੋ ਤੁਕੇ ਵਾਲੇ ਸ਼ਬਦ। ਪਿਛਲੇ ਵਿੱਚ ਇੱਕ ਤੁਕੇ ਵਿੱਚ ਸੀ ਕਿ ਇੱਕ ਲਾਈਨ ਤੋਂ ਬਾਅਦ ਸਾਡੇ ਕੋਲ ਇੱਕ ਅੰਕ ਆ ਰਿਹਾ ਹੈ, ਫਿਰ ਦੋ ਡੰਡੀਆਂ ਆ ਰਹੀ ਹੈ, मतलब कि ਇੱਕ ਪੰਕਤੀ ਕੰਪਲੀਟ ਹੋ ਗਈ ਹੈ ਤੇ ਇੱਕ ਪੰਕਤੀ ਨਾਲ ਸਾਡਾ ਜੋ ਇੱਕ ਪਦਾ ਕੰਪਲੀਟ ਹੋਇਆ। ਹੁਣ ਦੁਤਕੇ ਵਾਲੇ ਸ਼ਬਦ ਵਿੱਚ ਕੀ ਹੈ, ਸੋਰਠ ਮਹਲਾ ਤੀਜਾ ਦੁਤਕੇ, ਸਤਗੁਰ ਮਿਲਿਆ ਉਲਟ, ਸਤਗੁਰ ਮਿਲਿਆ ਉਲਟੀ ਪਈ ਭਾਈ, ਜੀਵਤ ਮਰੈ ਤਾ ਬੂਝ ਪਾਏ, ਸੋ ਗੁਰ ਸੋ ਸਿੱਖ ਹੈ ਭਾਈ, जिस ज्योति जोत मिलाई। हुण देखो जी पहली पंक्ति तो बाद दो डंडियां आई हैं पर अंक कोई भी नहीं आया। सेकंड पंक्ति तो बाद दो डंडियां आई हैं, फिर एक अंक आया है, फिर दो डंडियां आई हैं, मतलब कि जो दुके वाले शब्द है ਉਹਦੇ ਵਿੱਚ 2 लाइंस तो बाद एक पदा कंप्लीट हो रहा। सिमिलरली रहाऊ तो बाद देखो जी फिर दो दो पंक्तियां ਦਾ पेयर ਬਣਿਆ ਹੋਇਆ है, फिर जाके एक एक पदा कंप्लीट हो रहा। ਇਹ ਹੁੰਦੇ ਨੇ ਦੁਤਕੇ ਵਾਲੇ ਸ਼ਬਦ। ਇੱਕ ਤੁਕੇ ਵਿੱਚ ਇੱਕ ਪੰਕਤੀ ਨਾਲ ਇੱਕ ਪਦਾ ਕੰਪਲੀਟ ਹੁੰਦਾ ਹੈ, ਦੁਤਕੇ ਵਾਲੇ ਸ਼ਬਦਾਂ ਵਿੱਚ ਦੋ ਪੰਕਤੀਆਂ ਤੋਂ ਬਾਅਦ ਇੱਕ ਪਦਾ ਕੰਪਲੀਟ ਹੁੰਦਾ ਹੈ ਜੀ। ਨੈਕਸਟ ਜੀ,
ਹੁਣ ਇਸ ਤੋਂ ਬਾਅਦ ਆਣਗੇ ਜੀ ਤਿਤੁਕੇ ਵਾਲੇ ਸ਼ਬਦ। ਤਿਤੁਕੇ ਵਾਲੇ ਸ਼ਬਦ ਹੁਣ ਆਪ ਜੀ ਦੇਖ ਸਕਦੇ ਹੋ ਜੀ। ਤਿਤੁਕੇ ਵਾਲੇ ਸ਼ਬਦ ਇੱਕ ਓंकार सतगुर प्रसाद श्री राग महला पहला घर तीजा जोगी अंदर जोगिया तू भोगी अंदर भोगिया तेरा अंत ना पाया सुर्ग मच पयाल जी। ਹੁਣ देखो जी पहली लाइन कंप्लीट हुई, पहली पंक्ति कंप्लीट हुई, उते दो डंडियां हाँ जी। दूजी पंक्ति कंप्लीट हुई, उते दो डंडियां हाँ जी, पर अंक किसे ते नहीं आया, अंक आया तीसरी पंक्ति पे। इट मीनस तितुके वाले शब्द विच की हुंदा है जी, तीन पंक्तियां तो बाद साडा एक पदा कंप्लीट होएगा। एक तुके विच एक पंक्ति तो बाद एक पदा कंप्लीट है, दो तुके विच दो पंक्तियां तो बाद एक पदा कंप्लीट है, तितुके विच तीन पंक्तियां तो बाद एक पदा कंप्लीट है। ਹੁਣ ਜ਼ਿਆਦਾਤਰ ਕੀ ਹੁੰਦਾ ਹੈ ਕਿ ਤਿਤੁਕੇ ਵਾਲੇ ਸ਼ਬਦ ਵਿੱਚ ਜਦੋਂ ਅਸੀਂ ਇੱਕ ਲੈਅ ਦੇ ਵਿੱਚ ਇੱਕ ਚਾਲ ਦੇ ਵਿੱਚ ਗਾ ਰਹੇ ਹੁੰਦੇ ਆ, ਬੋਲ ਰਹੇ ਹੁੰਦੇ ਆ, ਤਿਤੁਕੇ ਵਾਲੇ ਸ਼ਬਦ ਵਿੱਚ ਥੋੜੀ ਜਿਹੀ ਕਨਫਿਊਜ਼ਨ ਹੋ ਜਾਂਦੀ ਹੈ ਕਿਉਂਕਿ ਅਸੀਂ ਪੇਅਰ ਬਣਾ ਕੇ ਮੋਸਟਲੀ ਗਾਉਂਦੇ ਆ, ਪਰ ਤਿਤੁਕੇ ਵਾਲੇ ਸ਼ਬਦ ਵਿੱਚ ਥੋੜੀ ਜਿਹੀ ਗਾਉਂਦੇ ਹੋਏ ਸਾਨੂੰ ਅਸੀਂ ਤੀਸਰੀ ਪੰਕਤੀ ਨੂੰ ਚੌਥੇ ਨਾਲ ਐਡ ਕਰ ਦਿੰਦੇ ਆ ਤੇ ਉਹਦੇ ਨਾਲ ਥੋੜੀ ਜਿਹੀ ਪ੍ਰੋਬਲਮ ਹੋ ਜਾਂਦੀ ਹੈ। ਸੋ ਜਦੋਂ ਵੀ ਤਿਤੁਕੇ ਸ਼ਬਦ ਆਵੇ, ਤਿਤੁਕੇ ਵਾਲੇ ਸ਼ਬਦ ਆਣ, ਉਹਨੂੰ ਬੜੇ ਧਿਆਨ ਨਾਲ ਅਸੀਂ ਪੜ੍ਹਨਾ ਹੈ ਜੀ। ਨੈਕਸਟ ਜੀ ਇਹ ਤਾਂ ਸੀਗੇ ਜੀ ਤੁਕਾਂ ਕਿ ਇੱਕ ਤੁਕੇ, ਦੋ ਤੁਕੇ, ਤਿੰਨ ਤੁਕੇ ਕਿ ਤੁਕਾਂ ਨਾਲ ਪਦੇ ਕਿੱਦਾਂ ਬਣਦੇ ਨੇ। ਹੁਣ ਆਗੇ ਜੀ ਤੁਪਦੇ ਤਿਪਦੇ, ਹੁਣ ਪਦਿਆਂ ਦੀ ਗੱਲ ਹੋਏਗੀ ਜੀ। ਹੁਣ ਦੇਖੋ ਉੱਪਰ ਲਿਖਿਆ ਹੈ ਆਸਾ ਮਹੱਲਾ ਪੰਜਵਾਂ ਦੁਪਦੇ ਤੇ ਇੱਕ ਸਾਈਡ ਤੇ ਹੈ ਜੀ ਗੋੜੀ ਕਬੀਰ ਜੀ ਤਿਪਦੇ। ਇਟ ਮੀਨ ਦੁਪਦੇ ਦਾ ਮਤਲਬ ਕੀ ਹੈ, ਜੋ ਆਸਾ ਮਹੱਲਾ ਪੰਜਵਾਂ ਦੁਪਦੇ ਜੋ ਇਹ ਸ਼ਬਦ ਹੈ ਇਹਦੇ ਵਿੱਚ ਦੋ ਪਦੇ ਨੇ, ਦੋ ਪੈਰਾਗ੍ਰਾਫਸ ਨੇ। ਆਪ ਜੀ ਦੇਖ ਸਕਦੇ ਹੋ ਪਹਿਲਾ ਕੰਪਲੀਟ ਹੋ ਰਿਹਾ ਸਾਡੇ ਕੋਲ अवर काज तेरे किते ना काम मिल साथ संगत पज केवल नाम। इत्थे पहला पदा देखो दो पंक्तियां सॉरी दो डंडियां दे नाल एक संख्या दे के फिर दो डंडियां ने, इट मींस पहला पदा पहला पैराग्राफ कंप्लीट है। ते नीचे देखो जी रेड सर्कल दिता होया सेकंड नंबर ते कि ਇਹਦੇ ਵਿੱਚ टोटल दो ही पैराग्राफ ਨੇ। ਇਹ ਹੈਗੇ ਨੇ ਪਦੇ, ਠੀਕ ਹੈ ਜੀ। ਅਸੀਂ ਪਹਿਲਾਂ ਕੀਤੀਆਂ ਨੇ ਪੰਕਤੀਆਂ, ਤੁਕੇ ਕੀਤੇ ਨੇ, ਇੱਕ ਤੁਕੇ, ਦੋ ਤੁਕੇ, ਤਿੰਨ ਤੁਕੇ, ਤੀ ਤੁਕੇ। ਹੁਣ ਅਸੀਂ ਕਰ ਰਹੇ ਹਾਂ ਪਦੇ। ਦੁੱਖ ਦੇ ਵਿੱਚ ਦੋ ਪੈਰਾਗ੍ਰਾਫਸ ਨੇ, ਤਿਪ ਦੇ ਵਿੱਚ ਆਪ ਜੀ ਦੇਖ ਸਕਦੇ ਹੋ ਕਿ ਤਿੰਨ ਪੈਰਾਗ੍ਰਾਫਸ ਨੇ। ਨੈਕਸਟ ਜੀ ਇਸੇ ਤਰ੍ਹਾਂ ਦੁਪਦੇ ਤਿਪਦੇ ਫਿਰ ਆਉਂਦੇ ਨੇ ਸਾਡੇ ਕੋਲ ਚੌਪਦੇ। ਚੌਪਦੇ ਵਿੱਚ ਸਿਮਿਲਰਲੀ ਚਾਰ ਪੈਰਾਗ੍ਰਾਫ ਨੇ, ਪੰਜ ਪਦੇ ਹੈ ਤਾਂ ਉਹਦੇ ਵਿੱਚ ਪੰਜ ਪੈਰਾਗ੍ਰਾਫਸ ਹੋਣਗੇ। ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਅਸ਼ਟਪਦੀਆਂ। ਦੇਖੋ ਜੀ ਮਾਰੂ ਮਹੱਲਾ ਪੰਜਵਾਂ ਘਰ ਤੀਜਾ ਅਸ਼ਟਪਦੀਆਂ। ਇਹਦੇ ਵੀ ਆਪ ਜੀ ਨੀਚੇ ਦੇਖ ਸਕਦੇ ਹੋ ਅਸ਼ਟਪਦੀਆਂ ਵਿੱਚ 8 ਪਦੇ ਨੇ ਟੋਟਲ। ਅਸੀਂ ਸੁਖਮਨੀ ਸਾਹਿਬ ਵਿੱਚ ਵੀ ਜੋ ਅਸੀਂ ਰੀਡ ਪੜ੍ਹਦੇ ਆ ਉਹ ਅਸ਼ਟਪਦੀ ਮਤਲਬ ਇੱਕ ਅਸ਼ਟਪਦੀ ਵਿੱਚ 8 ਪੈਰਾਗ੍ਰਾਫਸ ਨੇ। ਸਿਮਿਲਰਲੀ ਅਸ਼ਟਪਦੀਆਂ ਵਿੱਚ 8 ਪੈਰਾਗ੍ਰਾਫ ਨੇ। ਹੁਣ ਨੈਕਸਟ ਸਲਾਈਡ ਪਲੀਜ਼। ਹੁਣ ਆਪ ਜੀ ਨੂੰ ਇੱਥੇ ਦੱਸਣ ਵਾਲੀ ਗੱਲ ਇਹ ਹੈ ਕਿ ਜਦੋਂ ਹੁਣ ਅਸੀਂ ਪੜ੍ਹਿਆ ਦੁੱਖ ਦੇ ਵਿੱਚ 2 ਪੈਰਾਗ੍ਰਾਫ ਹੈ, ਤਿਪ ਦੇ ਵਿੱਚ 3 ਹੈ, ਚੌਪ ਦੇ ਵਿੱਚ 4 ਹੋਣਗੇ, ਪੰਜ ਪਦੇ ਵਿੱਚ 5 ਹੋਣਗੇ। ਪੰਜ ਪਦਿਆਂ ਤੋਂ ਬਾਅਦ ਪੰਜ ਪੈਰਾਗ੍ਰਾਫਸ ਤੋਂ ਬਾਅਦ ਜਿੰਨੇ ਵੀ ਪੈਰਾਗ੍ਰਾਫਸ ਹੋਣਗੇ 6 7 8 9 10 ਉਹ ਸਭ ਨੂੰ ਗੁਰੂ ਸਾਹਿਬ ਨੇ ਅਸ਼ਟਪਦੀ ਦਾ ਟਾਈਟਲ ਦਿੱਤਾ ਹੈ। ਅਸ਼ਟਪਦੀ ਵਿੱਚ ਜ਼ਰੂਰੀ ਨਹੀਂ ਕਿ 8 ਪਦੇ ਹੀ ਹੋਣ, 5 ਤੋਂ ਬਾਅਦ ਜਿੰਨੇ ਵੀ ਸਾਡੇ ਕੋਲ ਪੰਜ ਪੈਰਾਗ੍ਰਾਫਸ ਤੋਂ ਬਾਅਦ ਜਿੰਨੇ ਵੀ ਪੈਰਾਗ੍ਰਾਫਸ ਹੋਣਗੇ ਉਹਨਾਂ ਸਾਰਿਆਂ ਨੂੰ ਹੀ ਗੁਰੂ ਸਾਹਿਬ ਨੇ ਅਸ਼ਟਪਦੀ ਦਾ ਟਾਈਟਲ ਦਿੱਤਾ ਹੈ। ਪਿਛਲੇ ਸਲਾਈਡ ਵਿੱਚ ਅਸੀਂ ਦੇਖਿਆ ਸੀ ਕਿ ਅਸ਼ਟਪਦੀ ਵਿੱਚ 8 ਪਦੇ ਸੀ। ਹੁਣ ਦੇਖੋ ਜੀ ਨੀਚੇ ਸਰਕਲ ਕੀਤਾ ਹੋਇਆ ਹੈ, ਇਸ ਇੱਥੇ ਟਾਈਟਲ ਅਸ਼ਟਪਦੀ ਦਾ ਹੀ ਹੈ। ਪਿੱਛੇ ਦੇਖੋ ਜੀ, ਹਾਂਜੀ 8 ਹੈ। ਨੈਕਸਟ ਕਰੋ ਜੀ। ਇੱਥੇ ਅਸ਼ਟਪਦੀ ਹੈ ਬਟ ਟਾਈਟਲ ਅਸ਼ਟਪਦੀ ਦਾ ਹੀ ਹੈ, ਪਰ ਇੱਥੇ ਕਿੰਨੇ ਹੈ ਜੀ ਸਾਡੇ ਕੋਲ ਪੈਰਾਗ੍ਰਾਫ 10 ਨੇ ਜੀ। ਸੋ ਪੰਜਵੀਂ ਤੋਂ ਬਾਅਦ ਪੰਜ ਪੈਰਾਗ੍ਰਾਫਸ ਤੋਂ ਬਾਅਦ ਹੋ ਸਕਦਾ ਅਸ਼ਟਪਦੀ ਵਿੱਚ 6 ਹੋਣ, 8 ਹੋਣ, 10 ਹੋਣ, ਉਹਨਾਂ ਸਾਰਿਆਂ ਨੂੰ ਅਸ਼ਟਪਦੀ ਦਾ ਨਾਮ ਹੀ ਦਿੱਤਾ ਗਿਆ ਹੈ ਜੀ। ਨੈਕਸਟ ਜੀ ਉਸ ਤੋਂ ਬਾਅਦ ਆ ਗਿਆ ਹੈ ਜੀ ਨੈਕਸਟ ਕਰ ਦੋ ਜੀ ਬਾਣੀ ਦੇ ਸਿਰਲੇਖ ਵਿੱਚ ਦਿੱਤੇ ਅੰਕਾਂ ਦਾ ਉਚਾਰਨ। ਕਿ ਜੋ ਬਾਣੀ ਦੀ ਹੈਡਿੰਗ ਵਿੱਚ ਸਾਨੂੰ ਅੰਕ ਦਿੱਤੇ ਹੁੰਦੇ ਨੇ ਉਹਨਾਂ ਨੂੰ ਅਸੀਂ ਕਿਵੇਂ ਪ੍ਰੋਨਾਂਸ ਕਰਨਾ। ਸੋ ਸ਼ਬਦਾਂ ਦੇ ਸਿਰਲੇਖ ਵਿੱਚ ਇਹ ਵੱਖੋ ਵੱਖਰੇ ਅਸੀਂ ਮੈਂ ਪੁਆਇੰਟ ਲਿੱਤੇ ਨੇ ਕਿ ਏਦਾਂ ਵੱਖਰੇ ਵੱਖਰੇ ਟਾਈਟਲਸ ਆਉਂਦੇ ਨੇ। ਜਿਵੇਂ ਪਹਿਲਾ ਆ ਗਿਆ ਰਾਗ ਸ਼੍ਰੀ ਰਾਗ ਮਹੱਲਾ ਪਹਿਲਾ, ਫਿਰ ਇੱਕ ਅੰਕ ਦਿੱਤਾ ਹੈ, ਫਿਰ ਘਰ ਲਿਖਿਆ, ਫਿਰ ਇੱਕ ਅੰਕ ਦਿੱਤਾ। ਹੁਣ ਇਹਦੇ ਵਿੱਚ ਕੀ ਹੈ ਜੀ, ਰਾਗ ਸ਼੍ਰੀ ਰਾਗ ਮਹੱਲਾ ਪਹਿਲਾ। ਕਈ ਵਾਰ ਅਸੀਂ ਪੜ੍ਹਦੇ ਹਾਂ ਰਾਗ ਸ਼੍ਰੀ ਰਾਗ ਮਹੱਲਾ ਪਹਿਲਾ, ਪਹਿਲਾ ਘਰ ਪਹਿਲਾ। ਜੋ ਇੱਥੇ ਸਾਨੂੰ ਮਹੱਲਾ ਪਹਿਲਾ ਦਿੱਤਾ ਹੈ ਨਾਲ ਇੱਕ ਅੰਕ ਦਿੱਤਾ ਹੈ, ਇਹ ਸਾਨੂੰ ਪਹਿਲਾਂ ਹੀ ਗੁਰੂ ਸਾਹਿਬ ਨੇ ਦੱਸ ਦਿੱਤਾ ਹੈ ਕਿ ਜੋ ਅੰਕ ਇੱਕ ਦਿੱਤਾ ਹੈ ਉਹਨੂੰ ਅਸੀਂ ਪਹਿਲਾ ਪ੍ਰੋਨਾਂਸ ਕਰਨਾ।
हिदायत दी है, इनू असीं 2 वारी पहला पहला नहीं पढ़ना। राग श्री राग महला पहला एक जिहड़ा दिता है ओदी ही गुरु साहब ने हिदायत दी कि इनू असीं पहला बोलना है, कर पहला। हुण जो दूसरा है ओदे विच की है जी, गुजरी महला 3 एक अंक देता, फिर नाल देता तीजा। इस अंक का मतलब की है कि गुरु साहब ने सानू हिदायत दी है कि इस अंक नू असीं 3 नहीं पढ़ना, तीजा पढ़ना है। गुजरी महला तीजा। उस तो बाद है जी वडहंस महला एक अंक देता, फिर महला तीजा देता। हुण इहदे विच की है जी, वडहंस महला असीं इहनूं की पढ़ना है, महला तीजा ना पढ़ के इक्को वारी महला तीजा पढ़ना, क्योंकि जो महला तीजा दूसरी बार लिखिया वो गुरु साहब ने पहले ही हिदायत दे दी है कि वडहंस महला तीजा पढ़ना चाहिए। सो इन्हू 2 वारी नहीं पढ़ना, इक्को वारी पढ़ना है, क्योंकि असी अंक गुरु साहब ने सानू दसन लिया कि अंक नू 3 नहीं तीजा पढ़ना, इसलिए गुरु साहब ने नाल हिदायतां दित्तियां। उस तो बाद है जी सोरठ महला चौथा, इक्को वारी पढ़ना है जी चौथा। नेक्स्ट है जी श्री राग महला पहला घर दूजा। हुण देखो हुण सानू एक नवा मिल रहा देखण नू कि घर नू उन्हां ने एक तां नंबर विच देता ते एक वर्ड विच देता। ਇਹਦੇ ਵਿੱਚ ਵੀ ਅਸੀਂ ਜੋ ਇੱਕੋ ਵਾਰੀ ਪੜ੍ਹਨਾ ਹੈ ਘਰ ਦੂਜਾ, ਇਹਨੂੰ ਦੂਜਾ ਨਹੀਂ ਪੜ੍ਹਨਾ। ਇਸ ਨਾਲ ਸਿਰਫ ਗੁਰੂ ਸਾਹਿਬ ਨੇ ਹਿਦਾਇਤਾਂ ਦਿੱਤੀਆਂ ਨੇ ਕਿ ਤਾਂ ਕਿ ਅਸੀਂ ਇੱਕ ਨਾ ਪੜ੍ਹੀਏ, 2 ਨਾ ਪੜ੍ਹੀਏ, ਇਹਨੂੰ ਜਿਵੇਂ ਹੈ ਉਹਨੂੰ ਐਜ਼ ਇਟ ਇਜ਼ ਪੜ੍ਹ ਸਕੀਏ। ਉਸ ਤੋਂ ਬਾਅਦ ਹੈ ਜੀ ਸ਼੍ਰੀ ਕਬੀਰ ਜੀਓ ਕਾ ਚੌਪਦਾ ਘਰ ਦੂਜਾ। ਦੋ ਨੂੰ ਅਸੀਂ ਕੀ ਪੜ੍ਹਨਾ ਹੈ, ਦੂਜਾ ਪੜ੍ਹਨਾ ਹੈ, ਇੱਕੋ ਵਾਰੀ ਪੜ੍ਹਨਾ ਹੈ। ਉਸ ਤੋਂ ਬਾਅਦ ਸਿਮਿਲਰਲੀ ਤਨਾਸਰੀ ਮਹੱਲਾ ਪਹਿਲਾ ਘਰ ਦੂਜਾ। सो शब्दां दे सिरलेख विच जे 2 वारी साडे कोल आ रहा है लिखिया तो असीं 2 वारी नहीं रीड करना। जो अंक है गुरु साहब ने ओदी ही हिदायत सानू दित्ती कि उहनूं किवें पढ़ना है। नेक्स्ट स्लाइड प्लीज। हुण देखो जी महल्ले अते घर दे नाल लगे अंकां दा उच्चारण। हुण जदों साडे कोल किते भी महल्ला आवे या घर आवे ओदे नाल असीं छोटे हुंदे आ असीं अपनी क्लासेस विच मैथ्स विच करदे हुंदे आ नंबर्स ते ऑर्डिनल नंबर्स। एक होंगे नंबर्स होंगे ने 1 2 3 4 5 6 है ना। ऑर्डिनल नंबर्स होंगे फर्स्ट सेकंड थर्ड फोर्थ, असि किसी चीज का पहला दूजा तीजा चौथा एवें दसना होंगे। सो जदों भी महल्ला ते घर आएगा उहदे नाल महल्ला 1 महल्ला 2 महल्ला 3 नहीं पढ़ना, घर 1 घर 2 नहीं पढ़ना, महल्ला पहला महल्ला दूजा महल्ला तीजा महल्ला चौथा महल्ला पंजवां महल्ला नौवां ऐदा पढ़ना है जी। सिमिलरली घर दे नाल भी असी पहला दूजा तीजा ऑर्डिनल नंबर्स वांग पढ़ना है, इनू असी सीधा 1 2 3 नहीं पढ़ना। ये बड़ी ही ध्यान रखने वाली गल है कि जिथे भी महल्ला ते घर दे नाल कोई भी अंक लगा होएगा उहदा उच्चारण पहला दूजा तीजा एवें होएगा। नेक्स्ट स्लाइड। हुण आगे जी पदे अते तुक्कां दे नाल लगे अंक। पिछे ही असी 1 तुके 2 तुके 3 तुके 3 तुके असी पढ़ चुके होए हैं, ठीक है जी। 5 पदे भी असी पढ़े हैं कि दुपदे तिपदे चौपदे। हुण की है कि अंक महल्ला ते जदों घर नाल लग्या होएगा, जदों अंक लगा होएगा महल्ला ते घर दे नाल उदों असी पहला दूजा तीजा चौथा पंजवां एवें करके पढ़ना। पर जदों अंक लगे होणगे पदे ते तुक्कां दे नाल उदों असी नंबर्स पढ़ने हैं इन्हां दे। जिवें आस्था श्री कबीर जीओ के 5 पदे जो अंक दिता उन्होंने असीं नौवां नहीं पढ़ांगे। 5 पदे 9 दुतुके 5 आस्था श्री कबीर जीओ के 5 पदे 9 दुतुके 5। इहदा मतलब की है हुणे असीं पिछे पढ़िया सी कि 5 पदे दा मतलब हुंदा है कि एक शब्द विच 5 पैराग्राफ। 5 पदे 9 मतलब कि एक 9 शब्द ऐसे ने जिहदे विच 5 पैराग्राफ ने। दुतुके 5 मतलब 5 शब्द वो ने जिहदे विच 2-2 पंक्तियां ने। आस्था श्री कबीर जीओ के मैं एक बार दोबारा एक्सप्लेन कर दूंगी है जी। आस्था श्री कबीर जीओ के 5 पदे 9 दुतुके 5 जदों भी पदे नाल दुपदे तिपदे या दुतुके तितुके ऐदा आएगा, इन्हां नाल जिहड़ा भी अंक लगा होएगा उन्होंने असीं 1 2 3 4 5 9 ऐदा पढ़ना है जी। ते 5 पदे असीं पिछे पढ़े है कि जिस शब्द विच 5 पैराग्राफ्स हुंदे ने उन्हें 5 पदे बोलदे ने। ते पैराग्राफ किन्नियां पंक्तियां नाल किन्ने तुक्कां नाल बने हैं और दुतुके तितुके हुंदे हैं जी। सो 5 पदे 9 दा मतलब है कि और 9 शब्द ने जिन्हां विच 5-5 पैराग्राफ्स ने ते 2-2 पंक्तियां वाले 5 शब्द ने। सिमिलरली आस्था महला हुण देखो जी महला दे नाल पंजवां ते दुतुके या 5 पदे नाल नंबर 9 या 5 आएगा। सेकंड है साडे कोल आस्था महला पंजवां दुतुके 9, ठीक है जी। तुक्का दे नाल ते पदियां दे नाल जिहड़े अंक है उन्हां दा उच्चारण असीं 1 2 3 4 5 एवें करना है। ते जदों भी साडे कोल महल्ला या घर आएगा वर्ड
ਉਹਦੇ ਨਾਲ ਅਸੀਂ ਪਹਿਲਾ ਦੂਜਾ ਤੀਜਾ ਚੌਥਾ ਐਵੇਂ ਉਹਨਾਂ ਨੂੰ ਅਸੀਂ ਪ੍ਰੋਨੰਸੀਏਸ਼ਨ ਸਾਡੀ ਐਵੇਂ ਹੋਏਗੀ ਜੀ। ਨੈਕਸਟ ਜੀ ਹੁਣ ਆ ਗਿਆ ਜੀ ਅਸੀਂ ਸਾਡੇ ਕੋਲ ਆਇਆ ਜੀ ਛੱਕਾ 1 ਛੱਕਾ 2। ਹੁਣ ਜੋ ਅਸੀਂ ਕਈ ਅਸੀਂ ਵਾਰ ਪੜ੍ਹਦੇ ਆ ਛੱਕਾ ਪਹਿਲਾ ਛੱਕਾ ਦੂਜਾ, ਇਹਨੂੰ ਅਸੀਂ ਛੱਕਾ 1 ਪੜ੍ਹਨਾ ਹੈ। ਛੱਕੇ ਦਾ ਮਤਲਬ ਹੁੰਦਾ ਕਿ 6 ਸ਼ਬਦਾਂ ਦਾ ਸੰਗ੍ਰਹਿ। ਜਿੱਥੇ ਵੀ ਛੱਕਾ ਵਰਡ ਆਏਗਾ ਉਹਦੇ ਵਿੱਚ ਕੀ ਹੈ ਜੀ, ਗੁਰੂ ਸਾਹਿਬ ਨੇ 6 ਸ਼ਬਦਾਂ ਦਾ ਇੱਕ ਸੰਗ੍ਰਹਿ ਜਦੋਂ ਕੰਪਲੀਟ ਹੋ ਗਿਆ, ਜਦੋਂ ਇੱਕ 6 ਸ਼ਬਦ ਸਾਡੇ ਕੰਪਲੀਟ ਹੋ ਗਏ, ਜਿੱਥੇ ਵੀ ਗੁਰੂ ਸਾਹਿਬ ਜੀ ਨੇ ਛੱਕਾ ਵਰਡ ਉਚਾਰਿਆ, ਛੱਕਾ 1 ਲਿਖਿਆ, ਇਹਦਾ ਮਤਲਬ ਇਹ ਹੈ ਕਿ ਪਿਛਲੇ 6 ਸ਼ਬਦ ਹੈ ਜੋ ਕੰਪਲੀਟ ਹੋ ਗਿਆ, ਤੇ ਛੱਕਾ 1 ਛੱਕੇ 2 ਐਵੇਂ ਉਚਾਰਨ ਕੀਤਾ ਜੀ। ਤੇ ਹੁਣ ਨੈਕਸਟ ਹੈ ਜੀ ਸਾਡੇ ਕੋਲ ਆਸਾ ਮਹੱਲਾ ਪੰਜਵਾਂ ਪੰਜ ਪਦਾ। ਤੇ ਆਪ ਜੀ ਦੇਖੋਗੇ ਪੰਜ ਪਦੇ ਦੇ ਪੈਰ ਵਿੱਚ 1 ਲਿਖਿਆ ਹੋਇਆ। ਆਸਾ ਮਹੱਲਾ ਗੁਰਬਾਣੀ ਸਰਚਰ ਵਿੱਚ ਅੱਜ ਕੱਲ ਇਹ ਚੀਜ਼ ਨਹੀਂ ਦੇਖਣ ਨੂੰ ਮਿਲ ਰਹੀ, ਇਹ ਚੀਜ਼ ਇੱਕ ਤਰ੍ਹਾਂ ਨਾਲ ਖਤਮ ਹੋ ਗਈ। ਗੁਰਬਾਣੀ ਸਰਚਰ ਐਪਸ ਵਿੱਚ ਨਹੀਂ ਹੈ, ਪਰ ਜੋ ਸਰੂਪ ਨੇ ਸਰੂਪ ਵਿੱਚ ਅੱਜ ਵੀ ਇਹ ਚੀਜ਼ ਹੈ ਕਿ ਆਸਾ ਮਹੱਲਾ ਪੰਜਵਾਂ ਪੰਜ ਪਦਾ। ਪਦੇ ਦੇ ਪੈਰ ਵਿੱਚ ਜਿਹੜਾ 1 ਨੰਬਰ ਹੈ, ਇਹਦਾ ਮਤਲਬ ਕੀ ਹੈ ਕਿ 5 ਪੈਰਾਗ੍ਰਾਫਸ ਵਾਲਾ 1 ਸ਼ਬਦ। ਇਹਨੂੰ ਅਸੀਂ ਇਹਦੀ ਪ੍ਰੋਨੰਸੀਏਸ਼ਨ ਐਜ਼ ਇਟ ਇਜ਼ ਕਰਨੀ ਹੈ, ਬੋਲਣ ਵਿੱਚ ਕੁਝ ਵੀ ਚੇਂजेस ਨਹੀਂ ਕਰਨੀਆਂ, ਪਰ ਇਹ ਇੱਕ ਹਿਦਾਇਤ ਹੈ ਕਿ ਜੋ 5 ਪਦੇ ਵਾਲਾ ਇੱਕੋ ਸ਼ਬਦ ਹੈ। ਆਸਾ ਮਹੱਲਾ ਪੰਜਵਾਂ ਪੰਜ ਪਦਾ, ਇਹਨੂੰ ਬੋਲਣਾ ਐਜ਼ ਇਟ ਇਜ਼ ਹੀ ਹੈ ਕਿ ਆਸਾ ਮਹੱਲਾ ਪੰਜਵਾਂ ਪੰਜ ਪਦਾ। ਪਰ ਪੰਜ ਪਦ ਦੇ ਪੈਰ ਵਿੱਚ ਜੋ ਪਹਿਲਾ 1 ਨੰਬਰ ਲਿਖਿਆ, ਇਸ ਨੰਬਰਿੰਗ ਦਾ ਰੀਜ਼ਨ ਇਹ ਹੈ ਕਿ ਜੋ 5 ਪੈਰਾਗ੍ਰਾਫ ਵਾਲਾ 1 ਸ਼ਬਦ ਹੈ, 5 ਪਦੇ ਦਾ ਇੱਕੋ ਸ਼ਬਦ ਹੈ। ਹੁਣ ਨੈਕਸਟ ਹੈ ਜੀ ਰਾਗ ਗੋੜੀ ਮਾਝ ਮਹੱਲਾ ਪੰਜਵਾਂ। ਜੋ ਮਾਝ ਦੇ ਪੈਰ ਵਿੱਚ 1 ਪਾਇਆ ਹੈ, ਹੁਣ ਇਹ ਚੀਜ਼ ਬਹੁਤ ਧਿਆਨ ਨਾਲ ਦੇਖਣੀ ਜੀ। ਜੇ ਪਦੇ ਦੇ ਪੈਰ ਵਿੱਚ 1 2 3 ਏਦਾਂ ਨੰਬਰਿੰਗ ਹੈ, ਉਹ ਸ਼ੋ ਕਰਦਾ ਪਿਆ ਕਿ ਇੰਨੇ ਸ਼ਬਦ ਹੈ ਉਹਦੇ, 5 ਪਦੇ ਦਾ ਇੱਕੋ ਸ਼ਬਦ ਹੈ। ਪਰ ਜੇ ਨੰਬਰ ਪਾਇਆ ਹੈਗਾ ਰਾਗ ਦੇ ਪੈਰ ਵਿੱਚ, ਜਿਵੇਂ ਰਾਗ ਗੋੜੀ ਮਾਝ ਇੱਕ ਰਾਗ ਹੈ, ਰਾਗ ਦੇ ਪੈਰ ਵਿੱਚ ਜੇ ਨੰਬਰ ਪਾਇਆ ਹੋਇਆ ਹੈ ਤਾਂ ਇਹਦਾ ਮਤਲਬ ਕੀ ਹੈ, ਇੱਕ ਘਰ ਨੂੰ ਰੈਫਰ ਕਰ ਰਿਹਾ। ਜਿਵੇਂ ਅਸੀਂ ਪੜ੍ਹਦੇ ਹੁੰਦੇ ਆ ਮਹੱਲਾ ਪੰਜਵਾਂ ਘਰ ਪਹਿਲਾ, ਇੱਕ ਘਰ ਨੂੰ ਰੈਫਰ ਕਰ ਰਿਹਾ। ਜੇ ਰਾਗ ਦੇ ਪੈਰ ਵਿੱਚ ਕੋਈ ਨੰਬਰ ਕੋਈ ਅੰਕ ਪਾਇਆ ਤਾਂ ਉਹ ਘਰ ਨੂੰ ਰੈਫਰ ਕਰਦਾ ਹੈ। ਜੇ ਪਦਿਆਂ ਦੇ ਪੈਰ ਵਿੱਚ ਕੋਈ ਅੰਕ ਪਾਇਆ ਤਾਂ ਉਹ ਉਸ ਪਦੇ ਵਿੱਚ ਕਿੰਨੇ ਸ਼ਬਦ ਹੈ, ਉਸ ਪਦੇ ਵਾਲੇ ਕਿੰਨੇ ਸ਼ਬਦ ਹੈ, ਉਸ ਚੀਜ਼ ਨੂੰ ਉਹ ਰੈਫਰ ਕਰ ਰਿਹਾ ਹੁੰਦਾ। ਹੁਣ ਉਸ ਤੋਂ ਬਾਅਦ ਨੈਕਸਟ ਹੈ ਜੀ ਸਾਡੇ ਕੋਲ ਸਵਈਏ ਮਹੱਲੇ ਪਹਿਲੇ ਕੇ ਨਾਲ 1 ਨੰਬਰ ਦੇਤਾ है। सिमिलरली सवैये महले दूजे के नाल 1 नंबर देता है। ਹੁਣ ਇਹਦੇ ਵਿੱਚ ਕੀ ਹੈ ਕਿ ਜੋ 1 ਨੰਬਰ ਦਿੱਤਾ ਹੈ, ਗੁਰੂ ਸਾਹਿਬ ਨੇ ਨਾਲ ਹੀ ਇਹਦੀ ਹਿਦਾਇਤ ਦਿੱਤੀ ਕਿ ਇਹਨੂੰ ਅਸੀਂ ਪਹਿਲੇ ਕੇ ਬੋਲ, ਸਵਈਏ ਮਹੱਲੇ ਪਹਿਲੇ ਕੇ, ਸਵਈਏ ਮਹੱਲੇ ਦੂਜੇ ਕੇ। ਇਹਦੇ ਅਸੀਂ ਜੋ ਨੰਬਰ ਹੈ, ਇਹ ਨੰਬਰਾਂ ਦੀ ਸਾਨੂੰ ਹਿਦਾਇਤ ਦਿੱਤੀ ਹੈ ਕਿ ਇਹ ਨੰਬਰ ਨੂੰ ਅਸੀਂ ਇਸ ਤਰੀਕੇ ਨਾਲ ਬੋਲੀਏ। ਨੈਕਸਟ ਜੀ ਹੁਣ ਆ ਗਏ ਜੀ ਕੁਐਸਚਨਸ। ਹੁਣ ਇਹ ਬੱਚਿਆਂ ਲਈ ਕੁਐਸਚਨਸ ਨੇ ਜੋ ਅਸੀਂ ਉਹਨੇ ਪਿੱਛੇ ਪੜਿਆ, ਉਹਦੇ ਵਿੱਚ ਹੀ ਆਪ ਜੀ ਨੇ ਚੈਟ ਵਿੱਚ ਆਪ ਜੀ ਆਨਸਰ ਕਰ ਸਕਦੇ ਹੋ। ਆਪ ਜੀ ਨੇ ਹੁਣ ਕਿਉਂਕਿ ਹੁਣ ਅਸੀਂ ਜਿੰਨਾ ਪੜਿਆ ਹੈ ਉਹਦੇ ਬਾਰੇ ਆਪ ਜੀ ਨੇ ਦੱਸਣਾ ਹੈ ਜੀ। ਸਭ ਤੋਂ ਪਹਿਲੇ ਹੈ ਜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੰਗਲਾਚਰਨ ਦੇ ਵੱਖੋ ਵੱਖ ਕਿੰਨੇ ਰੂਪ ਆਏ ਹਨ? ਆਪਸ਼ਨ ਹੈ ਜੀ 5, ਆਪਸ਼ਨ ਏ ਹੈ ਜੀ 5, ਬੀ ਹੈ ਜੀ 4, ਸੀ ਹੈ ਜੀ 3 ਤੇ ਡੀ ਹੈ ਜੀ 2। ਹੁਣ ਦੇਖਦੇ ਹਾਂ ਜੀ ਕਿਹਨਾਂ ਨੇ ਬਹੁਤ ਧਿਆਨ ਨਾਲ ਜੋ ਹੁਣ ਤੱਕ ਹੋਇਆ ਕਲਾਸ ਲਗਾਈ ਹੈ, ਜੋ ਸੈਸ਼ਨ ਵਿੱਚ ਦੱਸਿਆ ਗਿਆ ਆਪ ਜੀ ਨੇ ਕਿੰਨੇ ਧਿਆਨ ਨਾਲ ਆਪ ਜੀ ਨੇ ਨੋਟ ਕੀਤੀਆਂ ਚੀਜ਼ਾਂ। ਕਾਫੀ ਬੱਚੇ ਆਨਸਰ 2 ਕਰ ਰਹੇ ਨੇ, 5 ਕਰ ਰਹੇ ਆ, ਕਈ 4 ਕਰ ਰਹੇ ਨੇ, ਕਈ 3 ਵੀ ਕਰ ਰਹੇ ਹੈ। ਇਹਦਾ ਜੋ ਐਗਜ਼ੈਕਟ ਆਨਸਰ ਹੈ ਜੀ ਉਹ ਹੈ ਜੀ ਬੀ ਆਪਸ਼ਨ 4। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮੰਗਲਾਚਰਨ ਦੇ 4 ਰੂਪ ਆਏ ਹਨ ਜੀ। ਜਿਨ੍ਹਾਂ ਦੇ ਆਨਸਰ ਗਲਤ ਹਨ ਜਾਂ ਜਿਨ੍ਹਾਂ ਨੇ 2 3 5 ਲਿਖੇ ਹਨ, ਉਹ ਜ਼ਰੂਰ ਧਿਆਨ ਦੇਣਾ ਜੀ ਕਿ 4 ਤਰ੍ਹਾਂ ਨਾਲ ਸਾਡੇ ਕੋਲ ਮੰਗਲਾਚਰਨ ਆਏ, ਮੰਗਲਾਚਰਨ ਦੇ 4 ਰੂਪ ਆਏ ਹਨ ਜੀ। ਨੈਕਸਟ ਜੀ ਨੈਕਸਟ ਦੇਖੋ ਜੀ ਧਿਆਨ ਨਾਲ, ਆਸਾ ਮਹੱਲਾ ਪੰਜਵਾਂ, ਆਸਾ ਮਹੱਲਾ ਉਸ ਤੋਂ ਬਾਅਦ 1 ਨੰਬਰ ਦਿੱਤਾ ਹੈ, ਤਿਪਦੇ ਫਿਰ 1 ਨੰਬਰ ਦਿੱਤਾ ਗਿਆ ਹੈ, ਇੱਕ ਸੰਖਿਆ ਦਿੱਤੀ ਗਈ ਹੈ ਜੀ। ਇਸ ਸਿਰਲੇਖ ਵਿੱਚ ਮਹੱਲਾ ਤੇ ਤਿਪਦੇ ਦੇ ਨਾਲ ਲੱਗੇ ਅੰਕਾਂ ਦਾ ਸਹੀ ਉਚਾਰਨ ਕੀ ਹੈ ਜੀ? ਜੋ ਏ ਆਪਸ਼ਨ ਹੈ ਉਹ ਦਿੱਤਾ ਹੈ ਜੀ ਮਹੱਲਾ ਪੰਜਵਾਂ ਤਿਪਦੇ 2। ਜੋ ਬੀ ਆਪਸ਼ਨ ਹੈ ਉਹ ਹੈ ਜੀ ਮਹੱਲਾ ਪੰਜਵਾਂ ਤਿਪਦੇ ਦੂਜਾ। ਸੀ ਹੈ ਜੀ ਮਹੱਲਾ 5 ਤਿਪਦੇ ਦੂਜਾ। ਡੀ ਹੈ ਜੀ ਮਹੱਲਾ ਪੰਜਵਾਂ ਤਿਪਦੇ 2। ਡੀ ਆਪਸ਼ਨ ਹੈ ਜੀ ਪਹਿਲਾ ਪੰਜਵਾਂ ਤਿਪਦੇ 2। ਹੁਣ ਆਪ ਜੀ ਨੇ ਦੇਖਣਾ ਹੈ ਕਿ ਕਿਹੜਾ ਸਹੀ ਹੈ। ਬਹੁਤ ਧਿਆਨ ਨਾਲ ਆਨਸਰ ਕਰਨੇ ਹੈ ਜੀ। ਆਪ ਜੀ ਦੀ ਸਕਰੀਨ ਦੇ ਉੱਤੇ ਹੈ ਆਪਸ਼ਨਸ,
बहुत ध्यान नाल आप जी ने आंसर करना है। हाँ जी, एदा जो राइट आंसर है, बड़े सारे बच्चों ने ए दिता है, बड़े सारे बच्चे बी कह रहे हैं, बड़े सारे बच्चे डी कह रहे हैं। एदा आंसर है जी डी ऑप्शन दे लिखण विच थोड़ी जी गलती हुई है। एदा आंसर डी है जी, महला पंजवां तिपदे दो। महला री मम्मे दी थां ते पप्पा लिखिया गया जी, डी विच थोड़ी जी इत्थे गलती हुई है। महला पंजवां तिपदे दो, डी ऑप्शन सही है जी। कई बच्चों ने बी लिखिया है, मैं आप जी नूं दोबारा एक बार एक्सप्लेन कर दिन्नी आ। महला पंज नहीं आएगा जी, असीं पहले ही डिस्कस कीता है कि महला ते घर दे, महला ते घर दे नाल पंजवां, तीजा, चौथा एवें आएगा, ऑर्डिनल नंबर्स आएंगे ते तिपदे दे नाल 1 2 आएगा। हुण बी जो साडे कोल ऑप्शन सी ओहदे विच महला पंजवां पर तिपदे दूजा लिखिया, ये भी गलत है क्योंकि तिपदे दे नाल 1 2 3 4 इदा नंबर्स आने ने। तीसरा है जी वो है महला पंज, महला पंज असीं कदी भी नहीं लैंदे, सो तीजा ऑप्शन भी गलत है। चौथा है जी महला पंजवां तिपदे दो, क्योंकि महला दे नाल असीं वर्ड यूज करदे हां पहला दूजा। महला ते घर दोबारा नोट कर लो जी, महला ते घर दे नाल असीं बोलदे हां पहला दूजा तीजा चौथा पंजवां, ते तिपदे हो गए या तितुके हो गए, इन्हां नाल असीं 1 2 3 ऐदा वर्ड यूज करदे हां। नेक्स्ट जी, हुण देखो जी बहुत ध्यान नाल देखना, राग घोड़ी पूर्वी, पूर्वी दे पैर विच एक नंबर दिता है जी, फिर लिखे है जी कबीर जी। इस सिरलेख विच पूर्वी दे पैर विच लिखे एक अंक दा की अर्थ है, एक किहनूं रेफर कर रहे हैं जी। ए ऑप्शन है घर एक नूं, बी है जी महला पहला नूं, सी है जी घर पहला नूं, डी है जी महला एक। हाँ जी, एदा एग्जैक्ट आंसर है जी घर पहला, सी ऑप्शन। कई बच्चों ने हजे भी ए ऑप्शन ते टिक किया है, घर एक नहीं है जी। हुणे पिछले क्वेश्चन विच ये गल मैं तुहानू एक्सप्लेन कीती थी कि घर दे नाल 1 2 3 नहीं लगदा जी, घर दे नाल पहला दूजा तीजा एवें असीं प्रोनाउंस करना है। घर दे नाल जिहड़ा भी नंबर सानू गिवन होएगा ओनू असीं पहला दूजा तीजा इस तरह नाल एक्सप्लेन करना है। हुण देखो जी, हुण देखो राग घोड़ी पूर्वी, पूर्वी दे पैर विच सीगा, इसलिए एक घर नूं असीं पिछे कीता सीगा कि जदों भी राग दे पैर विच नंबरिंग होएगी तां ओह घर नूं शो करेगी, ते घर दे नाल जिहड़ा भी नंबर होएगा ओनू असीं पहला दूजा तीजा पढ़ना है। महला दे नाल कोई, महला दे नाल कोई भी नंबर होएगा ओनू असीं पहला दूजा तीजा पढ़ना है। जे पंच पदे, पदियां दे नाल या तुकां दे नाल कोई भी नंबर होएगा तां ओनू असीं 1 2 3, या छक्के दे नाल कोई नंबर होएगा तां असीं 1 2 3 4 5 इस तरह नाल पढ़ना है जी। सो ये बिल्कुल ही बेसिक गल्लां सन जो कि अज आप जी नाल शेयर कीतियां हैं, ताकि असीं जदों भी नेक्स्ट टाइम तो सहज पाठ करिए बहुत ध्यान नाल, बहुत हर चीज़ को नोट करिए। जे कुछ नवा सानू करन नू मिल रहा है, नवा सीखण नू मिल रहा है, ओनू नाल नाल नोट करिए ते सर्च करिए, जितों भी असीं पुछ सकदे हां, जिथों भी सानू पुछण नू सीखण नू मिल रहा है असीं जरूर लर्न करिए। सो भुल्ला चुका दी खिमा करनी जी। वाहिगुरू जी का खालसा, वाहिगुरू जी की ਵਾਹਿਗੁਰੂ फतेह। ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਹੈ ਜਸਵੀਰ ਮੈਮ ਦਾ, ਤੇ ਉਹਨਾਂ ਦੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਾਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਦੀ ਰੂਪ ਰੇਖਾ ਦੇ ਬਾਰੇ ਗਿਆਨ ਦਿੱਤਾ ਹੈ। ਤੇ ਸਭ ਤੋਂ ਪਹਿਲਾਂ ਉਹਨਾਂ ਨੇ ਮੰਗਲਾਚਰਨ ਬਾਰੇ ਸਾਨੂੰ ਦੱਸਿਆ, ਇੱਕ ਤੁਕੇ ਵਾਲੇ ਸ਼ਬਦ, ਦੋ ਤੁਕੇ ਵਾਲੇ ਸ਼ਬਦ ਤੇ ਅਸ਼ਟਪਦੀਆਂ। ਜਿਵੇਂ ਕਈ ਵਾਰ ਏਦਾਂ ਹੁੰਦਾ ਹੈ ਕਿ ਅਸੀਂ ਵਾਕਈ ਅਸੀਂ ਸਾਰੇ ਜਦੋਂ ਸਹਿਜ ਪਾਠ ਕਰਦੇ ਹਾਂ ਤਾਂ ਕਈ ਵਾਰ ਅਸੀਂ ਗਲਤ ਇਹਨਾਂ ਦਾ ਚੀਜ਼ਾਂ ਦਾ ਉਚਾਰਨ ਗਲਤ ਕਰ ਦਿੰਦੇ ਸੀ, ਪਰ ਅੱਜ ਜੋ ਜਸਵੀਰ ਮੈਮ ਨੇ ਇਹ ਸੈਸ਼ਨ ਲਿਆ ਨਾ, ਇਹਦੇ ਨਾਲ ਬਹੁਤ ਸਾਰੇ ਬੱਚਿਆਂ ਨੂੰ ਫਾਇਦਾ ਹੋਏਗਾ ਤੇ ਅਸੀਂ ਬਿਲਕੁਲ ਹੀ ਸਹੀ ਉਚਾਰਨ ਕਰਨ ਲੱਗ ਜਾਵਾਂਗੇ। ਤੇ ਜਿਹੜੇ ਐਂਡ ਦੇ ਵਿੱਚ ਮੈਮ ਨੇ ਕੁਐਸਚਨ ਆਨਸਰਸ ਕੀਤੇ ਨੇ, ਉਹਨਾਂ ਦੇ ਨਾਲ ਹੀ ਸਾਨੂੰ ਉਹਨਾਂ ਨੇ ਸਾਡਾ ਇਹ ਪੇਪਰ ਵੀ ਲੈ ਲਿਆ ਕਿ ਅਸੀਂ ਕਿੰਨਾ ਕੁ ਸਿੱਖ ਲਿਆ। ਤੇ ਬਹੁਤ ਬਹੁਤ ਧੰਨਵਾਦ ਹੈ ਮੈਮ ਦਾ। ਤੇ ਅੱਗੇ ਹੁਣ ਅਸੀਂ ਜੀ ਆਪਣੇ ਨੈਕਸਟ ਸੈਸ਼ਨ ਵੱਲ ਵਧਦੇ ਹਾਂ। ਹੁਣ ਮੈਂ ਬੇਨਤੀ ਕਰਦੀ ਹਾਂ ਕੁਝ ਸਮੇਂ ਦੇ ਲਈ ਬਾਬਾ ਜੈਵਿੰਦਰ ਸਿੰਘ ਜੀ ਆਪਣੇ ਵਿਚਾਰ ਸਾਡੇ ਸਾਰਿਆਂ ਦੇ ਨਾਲ ਸਾਂਝੇ ਕਰਨਗੇ। ਮੈਂ ਉਹਨਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੀ ਵੀਡੀਓ ਔਨ ਕਰ ਲੈਣ ਜੀ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। आवाज आ रही है क्लियर जी? ਹਾਂਜੀ ਆ ਰਹੀ ਹੈ ਜੀ। आवाज मेरी आ रही है ना क्लियर? ਹਾਂਜੀ 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 ਆ ਰਹੀ ਹੈ ਜੀ। प्यारे बच्चे हो वाहिगुरू जी का प्यारे बच्चे हो वाहिगुरू जी का खालसा फतेह। शायद ਹੁਣ ਭਾਈ ਜਸਵਿੰਦਰ ਸਿੰਘ ਜੀ ਉਹਨਾਂ ਨੂੰ ਫਤਿਹ, ਭੈਣ ਜੀ ਜਸਪ੍ਰੀਤ ਉਹ ਸਾਰਿਆਂ ਨੂੰ ਫਤਿਹ। ਸੋ ਪਿਆਰੇ ਬੱਚੋ ਅੱਜ ਆਪ ਜੀ ਨੇ ਬੜੀਆਂ ਗਹਿਰੀਆਂ ਇਨਫੋਰਮੇਸ਼ਨ ਸਿੱਖੀਆਂ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ। ਹੁਣ ਥੋੜਾ ਜਿਹਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੱਲ ਬਾਰੇ ਦੱਸਣਾ ਕਿ ਆਪਾਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਿੱਖ ਹਾਂ। ਸ਼ਬਦ ਆਪਣਾ ਗੁਰੂ ਹੈ, ਸ਼ਬਦ ਸਦਾ ਗੁਰੂ ਰਿਹਾ ਹੈ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ ਵੀ ਇਹੀ ਬਾਣੀ ਚ ਦਰਜ ਕੀਤਾ ਹੋਇਆ ਹੈ ਕਿ ਸ਼ਬਦ ਗੁਰੂ ਸੁਰਤ ਧੁਨ ਚੇਲਾ। ਆਪਾਂ ਸ਼ਬਦ ਗੁਰੂ ਦੇ ਹਾਂ, ਸ਼ਬਦ ਗੁਰੂ ਦੇ ਸਿੱਖ ਹਾਂ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੋਂ ਉਪਦੇਸ਼ ਸ਼ਬਦ ਨਾਲ ਹੀ ਦਿੱਤਾ ਜਾਂਦਾ ਸੀ, ਭਾਵਾਂ ਬਾਈਬਲ ਲਿਖੀ ਭਾਵਾਂ ਕੁਰਾਨ ਸ਼ਰੀਫ ਸ਼ਬਦ ਨਾਲ ਹੀ ਹੋਇਆ ਹੈ। ਪਰ ਸਤਿਗੁਰੂ ਨਾਨਕ ਦੇਵ ਕਲਯੁਗ ਦੇ ਵਿੱਚ ਜਗ ਚਾਨਣ ਹੋਆ ਇਹ ਗੁਰੂ ਗ੍ਰੰਥ ਸਾਹਿਬ ਜੀ ਸਾਨੂੰ ਉਸੇ ਲੜ ਲਾ ਕੇ ਸ਼ਬਦ ਦੇ ਨਾਲ ਜੋੜ ਦਿੱਤਾ। ਹੁਣ ਇੱਕ ਬੜੀ ਇੰਪੋਰਟੈਂਟ ਗੱਲ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬਾਰੇ। ਇੱਕ ਬਰਟਲੈਂਡ ਰਸਲ ਹੋਇਆ, ਬਹੁਤ ਨੋਬਲ ਪ੍ਰਾਈਜ਼ ਮਿਲਿਆ ਸੀ 1950 ਵਿੱਚ ਲਿਟਰੇਚਰ ਦੇ ਵਿੱਚ। ਇਸ ਨੇ ਗੁਰੂ ਗ੍ਰੰਥ ਸਾਹਿਬ ਜੀ ਸਾਰੇ ਧਰਮਾਂ ਦਾ ਅਧਿਐਨ ਕੀਤਾ, ਇਹਨੇ ਹਿਸਟਰੀ ਵੀ ਲਿਖੀ। ਬਹੁਤ ਨੋਬਲ ਪ੍ਰਾਈਜ਼ ਮਿਲਦਾ ਹੈ, ਤੁਹਾਨੂੰ ਪਤਾ ਹੋਣਾ, ਬਹੁਤ ਵੱਡਾ ਇੱਕ ਲਰਨਡ ਪਰਸਨ ਹੁੰਦਾ ਹੈ। ਜਦੋਂ ਉਹਨੇ ਸਟੱਡੀ ਕੀਤੀ ਉਹਨੂੰ ਸਟੱਡੀ ਕਹਿੰਦੇ ਆ, ਆਪਾਂ ਸਹਿਜ ਪਾਠ ਕਹਿੰਦੇ ਆ। ਜਿਸ ਤਰ੍ਹਾਂ ਆਪ ਜੀ ਹੁਣ ਵਾਰ-ਵਾਰ ਭਾਈ ਸਾਹਿਬ ਤੋਂ ਸਰਵਣ ਕਰਦੇ ਹੋ ਵੀ ਸਮਝ ਸਮਝ ਕੇ ਪਾਠ ਕਰਨਾ, ਸਮਝ ਸਮਝ ਕੇ ਪਾਠ ਕਰਨਾ। ਇਹਨੇ ਪ੍ਰੇਮ ਦੇ ਨਾਲ ਸਮਝ ਸਮਝ ਕੇ ਸਹਿਜ ਪਾਠ ਕੀਤਾ। ਇਹਨੂੰ ਇੱਕ ਬੜੀ ਵੱਡੀ ਗੱਲ ਸਮਝ ਆ ਗਈ, ਬਹੁਤ ਵੱਡੀ ਗੱਲ। ਇਹਨੇ ਕਹਿਤਾ ਵੀ ਤੀਜੀ ਜੰਗ ਤੋਂ ਬਾਅਦ 2 ਵਰਲਡ ਵਾਰ ਆਪਣੇ ਹੋ ਚੁੱਕੀਆਂ ਹਨ। ਤੀਜੀ ਵਰਲਡ ਵਾਰ ਜਦੋਂ ਹੋਏਗੀ ਉਸ ਤੋਂ ਬਾਅਦ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗ ਜਾਏਗਾ। ਮੈਂ ਆਪਣੇ ਸ਼ਬਦਾਂ ਵਿੱਚ ਦੱਸ ਰਿਹਾ, ਉਹਨੇ ਹੋਰ ਤਰੀਕੇ ਨਾਲ ਕਿਹਾ। ਸੋ ਸਾਰਾ ਸੰਸਾਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਲੜ ਲੱਗ ਜਾਏਗਾ। ਬੜੀ ਇੱਕ ਬਹੁਤ ਵੱਡੀ ਗੱਲ ਸੀ। ਜਿਹੜੇ ਦੂਜੇ ਬੰਦੇ ਸਨ ਉਹ ਕਹਿਣ ਲੱਗੇ ਵੀ ਇਹ ਕਿਵੇਂ ਹੋਏਗਾ, ਪਰ ਗੁਰੂ ਗ੍ਰੰਥ ਸਾਹਿਬ ਜੀ ਹੋਣੇ ਕਿਉਂ ਨਹੀਂ, ਸਾਰਿਆਂ ਨੂੰ ਦੇਸ਼ ਦੇ ਫਿਰ ਤੀਜਾ ਵਰਲਡ ਵਾਰ ਕਿਉਂ ਰੁਕ ਜਾਂਦਾ। ਬੜੀਆਂ ਗੱਲਾਂ ਹਨ। ਸੋ ਇਹਨੇ ਕਿਹਾ ਇਹਦਾ ਕਾਰਨ ਗੁਰੂ ਗ੍ਰੰਥ ਸਾਹਿਬ ਜੀ ਸਿੱਖ ਹਨ ਜਿਹੜੇ ਚੰਗੀ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਕਮਾ ਨਹੀਂ ਰਹੇ, ਜਿਸ ਨਾਲ ਸੰਸਾਰ ਨੂੰ ਨਹੀਂ ਪਤਾ ਲੱਗ ਸਕਿਆ। ਹੁਣ ਕਿੰਨੀ ਵੱਡੀ ਗੱਲ ਹੈ, ਆਪਾਂ ਕਿੰਨੇ ਵੱਡੇ ਭਾਗਾਂ ਵਾਲੇ ਹਾਂ, ਆਪਾਂ ਨੂੰ ਸਮਝ ਨਹੀਂ ਹੈ। ਪਰ ਜਿਹੜੇ ਦੂਜੇ ਲੋਕ ਹਨ ਜਿਹੜੇ ਸਿੱਖ ਨਹੀਂ ਹਨ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਉਪਦੇਸ਼ ਪ੍ਰਾਪਤ ਕਰਕੇ ਉਹਨਾਂ ਨੂੰ ਇੰਨਾ ਵੱਡਾ ਗਿਆਨ ਹੋ ਜਾਂਦਾ ਹੈ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਇਸ ਤਰ੍ਹਾਂ ਦੀ ਸੋਝੀ ਸਾਨੂੰ ਵੀ ਆਏ, ਸਾਨੂੰ ਸਾਰਾ ਕੁਝ ਪ੍ਰਾਪਤ, ਸਾਨੂੰ ਇਹਦੀ ਕਦਰ ਆਪਾਂ ਨੂੰ ਇਹ ਵਿਰਾਸਤ ਚ ਮਿਲੇ। ਪੂਰਬਲੇ ਜਨਮਾਂ ਦੀ ਜਿਹੜੀ ਆਪਣੇ ਤੇ ਕਿਰਪਾ ਹੋਈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੁਰਲਭ ਸਿੱਖ ਹੈ, ਬੜੀ ਕੀਮਤੀ ਚੀਜ਼ ਹੈ ਔਰ ਇਹ ਆਪ ਨੂੰ ਪ੍ਰਾਪਤ ਹੋਈ। ਪਿਆਰੇ ਬੱਚੋ ਇੱਕ ਹੋਰ ਗੱਲ ਮੈਂ ਆਪ ਜੀ ਨੂੰ ਦੱਸਣਾ ਚਾਹੁੰਦਾ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਨੇ ਜਦੋਂ ਮਹਾਰਾਜ ਜੋਤੀ ਜੋਤ ਸਮਾਉਣ ਲੱਗੇ ਸਨ, ਆਪਣੇ ਆਪ ਨੂੰ ਉਹਨਾਂ ਨੇ 5 ਤੱਤਾਂ ਦੇ ਵਿੱਚ ਵਿਲੈ ਕਰਨਾ ਸੀ। ਉਸ ਵੇਲੇ ਖਾਲਸੇ ਨੇ ਪੁੱਛਿਆ ਮਹਾਰਾਜ ਦਰਸ਼ਨ ਕਿਵੇਂ ਹੋਣਗੇ। ਉਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੱਸਿਆ ਸੀ ਵੀ ਮੇਰੇ ਖਾਲਸਾ ਮੇਰੇ 3 ਰੂਪ ਹਨ, ਆਪਣੀ ਅਵਸਥਾ ਮੁਤਾਬਕ ਦਰਸ਼ਨ ਕਰ ਲੈਣਾ। ਇਹ ਕੋਈ ਜ਼ਰੂਰੀ ਨਹੀਂ ਹੁੰਦਾ ਕੋਈ ਬੱਚਾ ਹੈ ਉਹਦੀ ਅਵਸਥਾ ਕਿੰਨੀ ਹੁੰਦੀ ਹੈ, ਕੋਈ ਬਜ਼ੁਰਗ ਹੈ, ਇਹ ਤਾਂ ਆਪਣੀ ਜੇ ਸਪਿਰਚੁਅਲ ਕੈਪੀਟਲ ਹੈ ਉਸ ਤੇ ਡਿਪੈਂਡ ਕਰਦਾ ਹੈ। ਸੋ ਉਸ ਤੇ ਗੁਰੂ ਸਾਹਿਬ ਨੇ ਆਪਣੀ ਆਪਣੀ ਅਵਸਥਾ ਮੁਤਾਬਕ ਮੇਰੇ 3 ਰੂਪ ਹਨ। ਗੁਰੂ ਸਾਹਿਬ ਨੇ ਫਰਮਾਇਆ ਏਕ ਰੂਪ ਤੇ ਗੁਣ ਤੇ ਪਰੇ, ਨੇਤ ਨੇਤ ਜਹ ਨਿਗਮ ਉਚ। इसका मतलब है भी एक जिहड़ा निराकार रूप अकाल पुरख परमेश्वर दा सारी जगह वसिया होया, सारे विच आप देखना है, जानवरां विच बंदियां विच सारी जगह जर्रे जर्रे देखना है, एक मेरा ओ रूप है।
अच्छा, दूसर रूप ग्रंथ जी मानो आपन अंग मेरे कर जानो, कि दूसरा मेरा जो रूप है वो गुरु ग्रंथ साहब जी हैं। तो गुरु ग्रंथ साहब जी महाराज, गुरु साहब आप खालसे ਨੂੰ कह रहे हैं मेरा रूप है। तीसरा गुरु साहब ने की वड्डी बख्शिश की थी, तीसर रूप सिख है मोर, गुरबाणी रात निस्पोर, ਜਿਹੜਾ 100 हमेशा चेते रखता है, सब सिखन को होका मैं गुरु मान्यो ग्रंथ। ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਇਹ ਵੀ ਫਰਾਉਂਦੇ ਆ, ਸਾਸ ਗਾਸ ਤੇ ਆਏ ਮੇਰਾ ਹਰ ਹਰ ਸੋ ਗੁਰਸਿੱਖ ਗੁਰੂ ਮਨ ਭਾਵੈ। ਗੁਰੂ ਨੂੰ ਕੌਣ ਚੰਗਾ ਲੱਗਦਾ ਹੈ? ਜਿਹੜਾ ਸਵਾਸ ਸਵਾਸ ਸਿਮਰਨ ਕਰਦਾ ਹੈ। ਸਵਾਸ ਸਵਾਸ ਸਿਮਰਨ ਕਰਨ ਦਾ ਜਿਹੜਾ ਕਰਨ ਵਾਲਾ ਜਿਹੜਾ ਸਿੱਖ ਹੈ ਉਹ ਗੁਰੂ ਦਾ ਰੂਪ ਬਣ ਜਾਂਦਾ ਹੈ। ਸੋ ਤਿੰਨੇ ਰੂਪ ਹਨ, ਉਹਨਾਂ ਚੋਂ ਇੱਕ ਰੂਪ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਹਨ ਜਿਹੜੇ ਸਾਨੂੰ ਉਪਦੇਸ਼ ਕਰਦੇ ਹਨ। ਸੋ ਸੱਚੇ ਪਾਤਸ਼ਾਹ ਕਿਰਪਾ ਕਰਨ, ਬਹੁਤ ਬਹੁਤ ਖੁਸ਼ੀ ਹੈ ਆਪ ਜੀ ਇਸ ਕਲਯੁਗ ਦੇ ਵਿੱਚ ਸ਼ਬਦ ਦੇ ਨਾਲ ਲੱਗੇ ਹੋਏ ਹੋ। ਇੱਕ ਉੱਤਮ ਪੰਥ ਸੁਣਿਓ, ਗੁਰ ਸੰਗਤ, ਇਹ ਗੁਰੂ ਕੀ ਸੰਗਤ ਹੈ। ਸਾਰੇ ਆਪਾਂ ਬੈਠੇ ਆ ਇਕੱਠੇ, ਗੁਰ ਸ਼ਬਦ ਦੇ ਵਿਚਾਰ ਹੋ ਰਹੀ ਹੈ, ਗੁਰੂ ਸੰਗਤ ਹੈ। ਸੋ ਦਸ਼ਮੇਸ਼ ਪਿਤਾ ਨੇ ਜਦੋਂ ਅੰਮ੍ਰਿਤ ਛਕਾਇਆ ਸੀ ਤੇ ਅੰਮ੍ਰਿਤ ਛਕਾਉਂਦੇ ਆ, ਦ੍ਰਿੜ ਕਰਾਉਂਦੇ ਆ ਖਾਲਸਾ ਵਾਸੀ ਅਨੰਦਪੁਰ ਸਾਹਿਬ ਦਾ। ਅਨੰਦਪੁਰ ਸਾਹਿਬ ਇੱਕ ਪ੍ਰਤੀਕ ਹੈ ਆਨੰਦਾਂ ਦੀ ਪੂਰੀ, ਉਹ ਹੈ ਸੰਗਤ। ਇੱਕ ਸਿੱਖ, ਦੋਏ ਸਾਧ ਸੰਗਤ, ਪੰਜੀ ਪਰਮੇਸ਼ਰ। ਸੋ ਸੰਗਤ ਜੀ ਰਲ ਮਿਲ ਕੇ ਬੈਠੇ ਹੋ, ਸੱਚੇ ਪਾਤਸ਼ਾਹ ਗੁਰੂ ਸਾਹਿਬ ਕਿਰਪਾ ਕਰਨ। ਆਪਾਂ ਸਤਿਗੁਰਾਂ ਦੇ ਅੱਗੇ ਨਤਮਸਤਕ ਹੁੰਦੇ ਆ, ਤਨ ਮਨ ਧਨ ਅਰਪਣ ਕਰਦੇ ਆ। ਸੋ ਇਹੀ ਅਰਦਾਸਾ ਕਰੇ ਸੱਚੇ ਪਾਤਸ਼ਾਹ ਆਪ ਜੀ ਨੇ ਸਿੱਖੀ ਬਖਸ਼ੀ ਹੈ, ਸਿੱਖੀ ਨੂੰ, ਸਿੱਖੀ ਤੇ ਚੱਲਣ ਦਾ ਵੀ ਬਲ ਬਖਸ਼ੋ, ਉਦਮ ਬਖਸ਼ੋ, ਉਤਸ਼ਾਹ ਬਖਸ਼ੋ। ਇੰਨੀਆਂ ਬੇਨਤੀਆਂ ਕਰਕੇ ਭੁੱਲਾਂ ਚੁੱਕਾਂ ਦੀ ਖਿਮਾ, ਗਜਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਜੀ ਬਾਬਾ ਜੈਵਿੰਦਰ ਸਿੰਘ ਜੀ ਦਾ, ਕਿ ਉਹਨਾਂ ਨੇ ਬੜੇ ਹੀ ਸੰਖੇਪ ਵਿਚਾਰਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਮਹਾਨਤਾ ਬਾਰੇ ਸਾਡੇ ਸਾਰਿਆਂ ਨਾਲ ਵਿਚਾਰ ਸਾਂਝੇ ਕੀਤੇ ਨੇ। ਤੇ ਮੈਂ ਸਾਰੇ ਬੱਚਿਆਂ ਨੂੰ ਬੇਨਤੀ ਕਰਨਾ ਚਾਹਾਂਗੀ ਕਿ ਜਿਹੜੀ ਇਨਫੋਰਮੇਸ਼ਨ ਤੁਹਾਨੂੰ ਦਿੱਤੀ ਗਈ ਹੈ, ਕੁਝ ਬੱਚੇ ਬਹੁਤ ਸਾਰੇ ਕੁਐਸਚਨਸ ਪੁੱਛ ਰਹੇ ਸਨ, ਸ਼ਾਇਦ ਉਹਨਾਂ ਦੀ ਕੁਝ ਇਨਫੋਰਮੇਸ਼ਨ ਛੁੱਟ ਗਈ ਹੈ। ਇਹ ਸਾਰਾ ਕੁਝ ਤੁਹਾਨੂੰ YouTube ਤੇ ਅਵੇਲੇਬਲ ਹੋਏਗਾ। ਤੁਸੀਂ ਐਜੂਕੇਟ ਪੰਜਾਬ ਪ੍ਰੋਜੈਕਟ ਦੇ ਚੈਨਲ ਤੇ ਜਾ ਕੇ ਤੁਸੀਂ ਇਹੀ ਵਾਲੀ ਸੇਮ ਵੀਡੀਓ ਦੁਬਾਰਾ ਵੀ ਵਾਚ ਕਰ ਸਕਦੇ ਹੋ। ਔਰ ਬਹੁਤ ਸਾਰੇ ਬੱਚਿਆਂ ਦੇ ਫੀਡਬੈਕ ਦੇ ਵਿੱਚ ਆ ਰਿਹਾ ਸੀ ਕਿ ਇਹ ਕੈਂਪ 30 ਜੂਨ ਤੋਂ ਬਾਅਦ ਵੀ ਲਗਾਇਆ ਜਾਵੇ। ਸੋ ਅਸੀਂ ਅੱਜ ਇੱਕ ਸਕਰੀਨ ਸ਼ੇਅਰ ਕਰਨ ਲੱਗੇ ਆ। ਜਿਹੜੇ ਵੀ ਵਿਦਿਆਰਥੀ ਚਾਹੁੰਦੇ ਨੇ ਕਿ ਇਸ ਕੈਂਪ ਨੂੰ 30 ਜੂਨ ਤੋਂ ਬਾਅਦ ਲਗਾਇਆ ਜਾਵੇ, ਜਾਂ ਜਦੋਂ 30 ਜੂਨ ਤੋਂ ਬਾਅਦ ਇਹ ਕੈਂਪ ਲੱਗੇ ਤਾਂ ਹਾਜ਼ਰੀ ਭਰਨਾ ਚਾਹੁੰਦੇ ਨੇ, ਕਿਰਪਾ ਕਰਕੇ ਨੋਟ ਕਰਨਾ ਜੀ। ਇਹ ਸਕਰੀਨ ਤੁਹਾਨੂੰ ਇੱਕ ਸ਼ੇਅਰ ਹੋ ਰਹੀ ਹੈ। ਜੋ ਵੀ ਵਿਦਿਆਰਥੀ 30 ਜੂਨ ਤੋਂ ਬਾਅਦ ਕੈਂਪ ਲਗਾਉਣਾ ਚਾਹੁੰਦੇ ਨੇ, ਆਪਣਾ EPP ਨੰਬਰ, ਨਾਮ, ਪਿੰਡ ਜਾਂ ਜ਼ਿਲ੍ਹਾ, ਆਪਣਾ ਜਿਹੜੀ ਕਲਾਸ ਹੈ, ਸਕੂਲ ਜਾਂ ਕਾਲਜ ਦਾ ਨਾਮ, ਇਹ ਲਿਖ ਕੇ ਇੱਕ ਨੰਬਰ ਤੁਹਾਨੂੰ ਦਿੱਤਾ ਗਿਆ ਜੀ, ਉਹਦੇ ਤੇ ਤੁਸੀਂ ਭੇਜਣਾ ਜੀ। ਇੱਥੇ ਥੋੜਾ ਗਲਤ ਲਿਖਿਆ ਗਿਆ, ਕਲਾਸ ਕਾਲਜ ਨਹੀਂ, ਕਲਾਸ ਤਾਂ ਸਾਰਿਆਂ ਨੇ ਲਿਖਣੀ ਹੈ, ਸਕੂਲ ਜਾਂ ਕਾਲਜ ਦਾ ਨਾਮ, ਤੇ ਇਹ ਲਿਖ ਕੇ ਤੁਸੀਂ ਇੱਕ ਨੰਬਰ ਦਿੱਤਾ ਗਿਆ ਹੈ, ਤੁਸੀਂ ਉਹਦੇ ਤੇ ਇਹ ਸਾਰਾ ਕੁਝ ਸ਼ੇਅਰ ਕਰਨਾ ਹੈ। ਕੁਝ ਬੱਚਿਆਂ ਕੋਲ EPP ਨੰਬਰ ਨਹੀਂ ਵੀ ਹੈਗੇ, ਉੱਥੇ ਤੁਸੀਂ ਕੁਝ ਨਾ ਲਿਖੋ, ਜ਼ਰੂਰੀ ਨਹੀਂ ਹੈ ਕਿ EPP ਨੰਬਰ ਲਿਖਣਾ ਹੈ। ਜਿਨ੍ਹਾਂ ਬੱਚਿਆਂ ਕੋਲ EPP ਨੰਬਰ ਹੈਗੇ ਨੇ ਉਹ ਲਿਖਣਗੇ, ਜਿਨ੍ਹਾਂ ਕੋਲ ਨਹੀਂ ਹੈਗੇ ਉਹ ਨਹੀਂ ਲਿਖਣਗੇ ਜੀ। ਸਾਰੇ ਬੱਚੇ ਦਾ ਸਕਰੀਨਸ਼ਾਟ ਲੈ ਲਓ ਜੀ। ਮੈਂ ਫਿਰ ਕਹਿ ਰਹੀ ਹਾਂ ਜੀ, ਜਿਹੜੇ ਬੱਚੇ 30 ਜੂਨ ਤੋਂ ਬਾਅਦ ਇਹ ਕਲਾਸ ਲਗਾਉਣਾ ਚਾਹੁੰਦੇ ਨੇ, ਜਾਂ ਜੋ ਚਾਹੁੰਦੇ ਨੇ ਕੈਂਪ ਅੱਗੋਂ ਵੀ ਚੱਲੇ, ਕਿਰਪਾ ਕਰਕੇ ਆਪਣੀ ਇਹ ਵਾਲੀਆਂ ਜਿਹੜੀਆਂ ਡਿਟੇਲਸ ਹੈਗੀਆਂ ਨੇ ਉਹ ਤੁਸੀਂ ਸ਼ੇਅਰ ਕਰੋ ਜੀ। ਇਸ ਨੰਬਰ ਤੇ ਤੁਸੀਂ WhatsApp ਵੀ ਕਰ ਸਕਦੇ ਹੋ, SMS ਵੀ ਕਰ ਸਕਦੇ ਹੋ ਜੀ। ਸੋ ਸਾਰੇ ਵਿਦਿਆਰਥੀ ਨੋਟ ਕਰ ਲੈਣ ਜੀ। ਹੋਪ ਸਾਰਿਆਂ ਨੇ ਨੋਟ ਕਰ ਲਿਆ। ਸੋ ਹੁਣ ਆਓ ਆਪਾਂ ਆਪਣੇ ਲਾਸਟ ਸੈਸ਼ਨ ਵੱਲ ਚੱਲਦੇ ਹਾਂ ਜੀ। ਲਾਸਟ ਸੈਸ਼ਨ ਹੈ ਉਹ ਵੀ ਬਹੁਤ ਇੰਟਰਸਟਿੰਗ ਹੋਣ ਵਾਲਾ ਹੈ, ਜੋ ਕਿ ਬੰਦਨਾ ਲੈਣਗੇ। ਉਹ ਸੈਸ਼ਨ ਹੈ ਜੀ ਲਰਨਿੰਗ। ਅਸੀਂ ਸਾਰੇ ਸਿੱਖਣ ਵਾਲੇ, ਅਸੀਂ ਸਾਰੇ ਸਿੱਖ ਹਾਂ, ਅਸੀਂ ਕਿਉਂ ਲਰਨ ਕਰਨਾ ਹੈ, ਕਿਵੇਂ ਲਰਨ ਕਰਨਾ ਹੈ, ਸੋ ਇਹਦੇ ਬਾਰੇ ਸਾਨੂੰ ਬੰਦਨਾ ਦੱਸਣਗੇ। ਮੈਂ ਉਹਨਾਂ ਨੂੰ ਬੇਨਤੀ ਕਰਾਂਗੀ ਕਿ ਆਪਣੇ ਜਿਹੜੀ ਵੀਡੀਓ ਨੂੰ ਔਨ ਕਰਨ। ਹਾਂਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਵਾਜ਼ ਵਿਜ਼ੀਬਲ ਹੈ ਜੀ? ਹਾਂਜੀ, ਆਵਾਜ਼ ਆ ਰਹੀ ਹੈ ਜੀ, ਤੁਹਾਡੀ ਆਡੀਬਲ ਹੈ। ਪਲੀਜ਼ ਸਕਰੀਨ ਸ਼ੇਅਰਿੰਗ ਕਰ ਦਿਓ। ਅੱਜ ਦਾ ਮੇਰਾ ਜੋ ਵਿਸ਼ਾ ਹੈ ਉਹ ਹੈ ਲਰਨਿੰਗ। ਲਰਨਿੰਗ ਭਾਵ ਸਿੱਖਦੇ ਰਹਿਣਾ। ਸਿੱਖ ਦਾ ਭਾਵ ਹੀ ਹੈ, ਸਿੱਖ ਦਾ ਮਤਲਬ ਹੀ ਹੈ ਹਮੇਸ਼ਾ ਸਿੱਖਦੇ ਰਹਿਣਾ। ਸਕਰੀਨ ਸ਼ੇਅਰਿੰਗ ਕਰ ਦਿਓ ਜੀ। ਸਿੱਖ ਦਾ ਮਤਲਬ ਹੀ ਹੈ ਹਮੇਸ਼ਾ ਸਿੱਖਦੇ ਰਹਿਣਾ। ਨੈਕਸਟ ਸਲਾਈਡ ਪਲੀਜ਼। ਅੱਜ ਅਸੀਂ ਡਿਸਕਸ ਕਰਾਂਗੇ ਕਿ ਲਰਨਿੰਗ ਹੁੰਦੀ ਕੀ ਹੈ, ਲਰਨਿੰਗ ਕਰਨ ਦੇ ਬੈਨੀਫਿਟਸ ਕੀ ਹਨ, ਤੇ ਅਸੀਂ ਲਰਨਿੰਗ ਕਿਵੇਂ ਤੇ ਕਿੱਥੋਂ ਸਿੱਖ ਸਕਦੇ ਹਾਂ, ਲਰਨਿੰਗ ਦੇ ਥਰੂ
ਕੀ ਸਕਿੱਲਸ ਆਪਣੇ ਅੰਦਰ ਧਾਰਨ ਕਰ ਸਕਦੇ ਹਾਂ। ਸਲਾਈਡ ਹੈ ਜੀ, what is learning? Learning is the process of acquiring new understanding, knowledge, behaviors, skills, values, attitudes, and preference. Learning ਦਾ ਭਾਵ ਨਵੀਂ ਜਾਣਕਾਰੀ, experience, understanding, behaviors, skills, ਇਹ ਸਭ ਚੀਜ਼ਾਂ ਆਪਣੇ ਅੰਦਰ ਧਾਰਨ ਕਰਨੀਆਂ। Next slide, please. Next slide. Learning is the only thing the mind never exhausts, never fears and never regret. Learning ਇੱਕ ਅਜਿਹੀ ਚੀਜ਼ ਹੈ ਜਿਸ ਨੂੰ ਕਰਨ ਦੇ ਨਾਲ ਸਾਡਾ ਮਨ ਕਦੇ ਥੱਕਦਾ ਨਹੀਂ, ਕਦੇ ਡਰਦਾ ਨਹੀਂ ਤੇ ਕਦੇ ਅੱਕਦਾ ਨਹੀਂ। ਇੱਕ ਸਿੱਖ ਨੂੰ ਵੀ ਗੁਰੂ ਸਾਹਿਬ ਨੇ ਏਦਾਂ ਦਾ ਬਣਾਇਆ ਹੈ ਕਿ ਉਹ ਕਦੇ ਡਰਦਾ ਨਹੀਂ, ਕਦੇ ਥੱਕਦਾ ਨਹੀਂ ਤੇ ਕਦੇ ਅੱਕਦਾ ਨਹੀਂ। Next slide ਜੀ। The capacity to learn is the gift. ਜੋ ਕੈਪੈਸਿਟੀ ਹੈ ਲਰਨ ਕਰਨ ਦੀ, ਇਹ ਪਰਮਾਤਮਾ ਵੱਲੋਂ ਇੱਕ ਤੋਹਫਾ ਹੈ ਸਾਡੇ ਲਈ ਤੇ ਐਂਡ ਦ ਐਬਿਲਿਟੀ ਟੂ ਲਰਨ ਇਜ਼ ਅ ਸਕਿੱਲ। ਤੇ ਲਰਨ ਕਰਨ ਦੀ ਐਬਿਲਿਟੀ ਇੱਕ ਤਰ੍ਹਾਂ ਦੀ ਸਕਿੱਲ ਹੈ। ਦ ਵਿਲਿੰਗਨੈਸ ਟੂ ਲਰਨ ਇਜ਼ ਅ ਚੋਇਸ। ਤੇ ਸਾਡੇ ਅੰਦਰ ਲਰਨ ਕਰਨ ਦੀ ਵਿਲਿੰਗਨੈਸ ਇਹ ਸਾਡੇ ਲਈ ਚੋਇਸ ਹੈ ਕਿ ਅਸੀਂ ਕੀ ਕੁਝ ਸਿੱਖਣਾ ਚਾਹੁੰਦੇ ਹਾਂ। ਨੈਕਸਟ ਸਲਾਈਡ ਪਲੀਜ਼। ਨੈਕਸਟ ਸਲਾਈਡ ਪਲੀਜ਼। Did you know the structure of your brain changes every time you learn something new? ਤੁਹਾਨੂੰ ਪਤਾ ਹੈ ਜਦ ਵੀ ਅਸੀਂ ਕੁਝ ਨਵਾਂ ਸਿੱਖਦੇ ਹਾਂ ਤਾਂ ਸਾਡਾ ਬ੍ਰੇਨ ਦਾ ਜੋ ਸਟਰਕਚਰ ਹੈ ਉਹ ਹਰ ਵਕਤ ਚੇਂਜ ਹੁੰਦਾ ਰਹਿੰਦਾ ਹੈ, ਡਿਵੈਲਪ ਹੁੰਦਾ ਹੈ। ਨੈਕਸਟ ਸਲਾਈਡ ਪਲੀਜ਼। ਨੈਕਸਟ ਸਲਾਈਡ ਜੀ। Why learning new things is crucial for happiness? ਸਾਡੀ ਖੁਸ਼ੀਆਂ ਲਈ ਲਰਨਿੰਗ ਕਰਨਾ ਕਿਉਂ ਜ਼ਰੂਰੀ ਹੈ? ਨੈਕਸਟ ਸਲਾਈਡ। ਇਹ ਨੈਕਸਟ ਸਲਾਈਡ ਦੇ ਵਿੱਚ ਅਸੀਂ ਦੇਖਾਂਗੇ ਜੀ। You may have heard that the brain is like a muscle. Just like other muscles, you have to exercise the brain by learning new things. ਜਿਵੇਂ ਤੁਸੀਂ ਸਰੀਰ ਨੂੰ ਫਿਟ ਰੱਖਣ ਦੇ ਲਈ, ਬੋਡੀ ਨੂੰ ਫਿਟ ਰੱਖਣ ਦੇ ਲਈ ਐਕਸਰਸਾਈਜ਼ ਕਰਦੇ ਹੋ, ਉਵੇਂ ਬ੍ਰੇਨ ਨੂੰ ਫਿਟ ਰੱਖਣ ਦੇ ਲਈ ਲਰਨਿੰਗ ਬਹੁਤ ਜ਼ਰੂਰੀ ਹੈ। ਇਸ ਲਈ ਲਰਨਿੰਗ ਕਰਦੇ ਰਹਿਣਾ ਚਾਹੀਦਾ ਹੈ। Yes, there is an ample research which show that learning helps build neuron connections and can stave off diseases like Parkinson's. ਕਈ ਰਿਸਰਚਰ ਦੁਆਰਾ ਪਤਾ ਲੱਗਿਆ ਹੈ ਕਿ ਲਰਨਿੰਗ ਦੇ ਦੁਆਰਾ ਨਿਊਰਨ ਕਨੈਕਸ਼ਨਸ ਬਿਲਡ ਹੁੰਦੇ ਨੇ ਤੇ ਕਈ ਦਿਮਾਗੀ ਬਿਮਾਰੀਆਂ ਤੋਂ ਅਸੀਂ ਬਚ ਸਕਦੇ ਹਾਂ। But there is a lot more to learning new things than just making the brain stronger. The act of learning actually makes us happier. Learning ਇੱਕ ਅਜਿਹਾ ਜ਼ਰੀਆ ਜਿਸ ਦੇ ਨਾਲ ਅਸੀਂ ਪ੍ਰਾਪਤ ਕਰ ਸਕਦੇ ਹਾਂ। Next slide, please. Next slide. How to learn something new every day? ਹਰ ਰੋਜ਼ ਕੁਝ ਨਵਾਂ ਕਿਵੇਂ ਸਿੱਖ ਸਕਦੇ ਹਾਂ, ਕਿਵੇਂ ਸਿੱਖਦੇ ਹਾਂ? Next slide ਜੀ। Follow the news to keep up with current events. ਨਿਊਜ਼ਪੇਪਰ ਪੜ੍ਹੀਏ ਤੇ ਜੋ ਵੀ ਕਰੰਟ ਇਵੈਂਟਸ ਨੇ ਉਸ ਦੀ ਨੌਲੇਜ ਲਈਏ। ਰੀਡ ਬੁੱਕਸ ਐਂਡ ਆਰਟੀਕਲਸ ਟੂ ਐਕਸਪੈਂਡ ਯੂਰ ਅਵੇਅਰਨੈਸ। ਬੁੱਕਸ ਰੀਡ ਕਰੀਏ, ਆਰਟੀਕਲਸ ਰੀਡ ਕਰੀਏ ਜਿਸ ਦੇ ਨਾਲ ਸਾਡੀ ਅਵੇਅਰਨੈਸ, ਜਾਗਰੂਕਤਾ ਵਧੇ। ਐਕਸਪਲੋਰ ਦਾ ਇੰਟਰਨੈਟ ਟੂ ਡਿਸਕਵਰ ਨਿਊ ਥਿੰਗਸ। ਇੰਟਰਨੈਟ ਦੀ ਸੁਚੱਜੀ ਵਰਤੋਂ ਕਰੀਏ ਤੇ ਕੁਝ ਨਵੀਆਂ ਚੀਜ਼ਾਂ ਸਰਚ ਕਰੀਏ। ਜਿਵੇਂ ਸਟੱਡੀ ਦੇ ਰਿਲੇਟਡ ਅਸੀਂ ਕੋਈ ਵੀ ਟੌਪਿਕ ਜੇਕਰ ਸਾਨੂੰ ਸਮਝ ਨਹੀਂ ਆਉਂਦਾ ਤੇ ਅਸੀਂ ਉਹਨੂੰ ਸਰਚ ਕਰ ਸਕਦੇ ਹਾਂ। ਨੈਕਸਟ ਹੈ ਜੀ, ਟੇਕ ਅ ਕਲਾਸ ਟੂ ਕੀਪ ਯੂਰ ਮਾਈਂਡ ਇੰਗੇਜਡ। ਅਸੀਂ ਕਲਾਸਿਸ ਲਗਾਈਏ, ਜਿਵੇਂ ਕਿ ਹੁਣ ਮੈਨੂਅਲ ਕਲਾਸਿਸ ਵਿਜ਼ੀਬਲ ਪੋਸੀਬਲ ਨਹੀਂ ਹੈ ਤਾਂ ਅਸੀਂ ਹੋਰ ਕਲਾਸਿਸ ਜਿਵੇਂ ਕਿ ਹੁਣ ਅਸੀਂ ਹੋਰ ਇੰਟਰਨੈਟ ਤੇ ਕਲਾਸਿਸ ਲਗਾ ਰਹੇ ਹਾਂ, ਜ਼ੂਮ ਤੇ ਕਲਾਸਿਸ ਲਗਾ ਰਹੇ ਹਾਂ। ਜੋ ਵੀ ਪੋਸੀਬਲ ਹੋ ਸਕੇ ਉੱਥੋਂ ਅਸੀਂ ਕਲਾਸਿਸ ਲਗਾ ਕੇ ਲਰਨ ਕਰੀਏ। ਵਾਚ ਆਨਲਾਈਨ ਵੀਡੀਓਜ਼ ਟੂ ਸੀ ਹਾਊ ਥਿੰਗਸ ਆਰ ਡਨ। ਆਨਲਾਈਨ ਵੀਡੀਓਜ਼ ਦੇਖੀਏ ਕਿ ਜਿਵੇਂ ਕਿ ਵੀਡੀਓਜ਼ ਦੇ ਵਿੱਚ ਤੁਸੀਂ ਦੇਖ ਰਹੇ ਹੋ ਇੱਕ ਗਰਲ ਜੋ ਹੈ ਉਹ ਆਨਲਾਈਨ ਵੀਡੀਓ ਤੇ ਕੁਝ ਦੇਖ ਰਹੀ ਹੈ, ਕੁਝ ਨਵਾਂ ਸਿੱਖ ਰਹੀ ਹੈ। ਇਸ ਤਰ੍ਹਾਂ ਤੁਸੀਂ ਵੀਡੀਓਜ਼ ਨੂੰ ਦੇਖ ਕੇ ਕੁਝ ਨਵਾਂ ਸਿੱਖ ਸਕਦੇ ਹੋ। ਆਸਕ ਕੁਐਸਚਨਸ ਟੂ ਗੈਦਰ ਐਡੀਸ਼ਨਲ ਇਨਫੋਰਮੇਸ਼ਨ। ਵੱਧ ਤੋਂ ਵੱਧ ਕੁਐਸਚਨ ਪੁੱਛੀਏ। ਜੇਕਰ ਸਾਨੂੰ ਕੁਝ ਸਮਝ ਨਹੀਂ ਆਉਂਦਾ ਜਾਂ ਕਿਸੇ ਵਧੇਰੇ ਜਾਣਕਾਰੀ ਲਈ ਅਸੀਂ ਕਿਸੇ ਤੋਂ ਕੁਐਸਚਨ ਪੁੱਛੀਏ। ਲਾਈਕ ਸਕਸੈਸ ਦੇ 3 ਮੰਤਰ ਨੇ, ਆਸਕ, ਆਸਕ, ਆਸਕ।
3 months of success, ask. ਜੋ ਵੀ ਸਾਨੂੰ ਕੁਝ ਸਮਝ ਨਹੀਂ ਆਉਂਦਾ, ਜਦੋਂ ਅਸੀਂ ਕਿਸੇ ਤੋਂ ਪੁੱਛਦੇ ਹਾਂ, ਆਸਕ ਕਰਦੇ ਹਾਂ, ਤਾਂ ਸਾਨੂੰ ਹੋਰ ਨੌਲੇਜ ਮਿਲਦੀ ਹੈ। ਨੈਕਸਟ ਜੀ ਲਰਨਿੰਗ ਨਿਊ ਸਕਿੱਲਸ, ਨਵੀਆਂ ਸਕਿੱਲਸ ਅਸੀਂ ਲਰਨ ਕਰੀਏ ਤੇ ਕਿਵੇਂ ਕਰ ਸਕਦੇ ਹਾਂ, ਉਹ ਅਸੀਂ ਨੈਕਸਟ ਸਲਾਈਡ ਦੇ ਵਿੱਚ ਦੇਖਾਂਗੇ ਜੀ। ਸਟੱਡੀ ਅ ਨਿਊ ਲੈਂਗੁਏਜ ਦੈਟ ਇੰਟਰਸਟ ਯੂ, ਨਿਊ ਲੈਂਗੁਏਜ ਸਿੱਖੀਏ, ਜਿਵੇਂ ਕਿ ਹੁਣ ਇਸ ਕੈਂਪ ਦੇ ਜ਼ਰੀਏ ਜਿਨ੍ਹਾਂ ਨੂੰ ਇੰਗਲਿਸ਼ ਸਿੱਖਣ ਦੇ ਵਿੱਚ ਇੰਟਰਸਟ ਹੈ, ਉਹ ਇੰਗਲਿਸ਼ ਸਿੱਖ ਰਹੇ ਨੇ। ਨੈਕਸਟ ਸਟਾਰਟ ਅ ਗਾਰਡਨ ਇਫ ਯੂ ਲਾਈਕ ਦਾ ਆਊਟਡੋਰਸ, ਜੇਕਰ ਤੁਹਾਨੂੰ ਗਾਰਡਨਿੰਗ ਕਰਨੀ ਪਸੰਦ ਹੈ ਤਾਂ ਤੁਸੀਂ ਗਾਰਡਨਿੰਗ ਕਰੋ, ਇਸ ਦੇ ਨਾਲ ਵੀ ਤੁਹਾਡੀ ਨੌਲੇਜ ਤੇ ਉਸ ਪ੍ਰਤੀ ਤੁਹਾਡੀ ਨੌਲੇਜ ਵਧੇਗੀ। ਇੰਪਰੂਵ ਯੂਰ ਕੁਕਿੰਗ ਸਕਿੱਲਸ ਫॉर ਯੂਜ਼ਫੁਲ ਹੌਬੀ, ਆਪਣੀ ਕੁਕਿੰਗ ਸਕਿੱਲਸ ਨੂੰ ਹੋਰ ਇੰਪਰੂਵ ਕਰ ਸਕਦੇ ਹੋ ਤੁਸੀਂ। ਸਿਰਫ ਲੜਕੀਆਂ ਹੀ ਨਹੀਂ, ਲੜਕੇ ਵੀ ਆਪਣੀ ਕੁਕਿੰਗ ਸਕਿੱਲਸ ਨੂੰ ਵਧਾ ਸਕਦੇ ਨੇ। ਪਲੇ ਅ ਮਿਊਜ਼ੀਕਲ ਇੰਸਟਰੂਮੈਂਟਸ ਇਫ ਯੂ ਲਵ ਮਿਊਜ਼ਿਕ, ਕੋਈ ਵੀ ਮਿਊਜ਼ੀਕਲ ਇੰਸਟਰੂਮੈਂਟ ਪਲੇ ਕਰੋ, ਲਰਨ ਕਰੋ, ਜਿਵੇਂ ਕਿ ਕਈ ਤਬਲਾ ਸਿੱਖਦੇ ਨੇ, ਹਾਰਮੋਨੀਅਮ ਸਿੱਖਦੇ ਨੇ, ਇਹ ਵੀ ਇੱਕ ਤਰ੍ਹਾਂ ਦਾ ਸਕਿੱਲ ਪਾਰਟ ਹੈ। ਨੈਕਸਟ ਜੀ ਬੀਇੰਗ ਰਿਸੈਪਟਿਵ ਟੂ ਲਰਨਿੰਗ, ਇਹਦੇ ਵਿੱਚ ਅਸੀਂ ਕੁਝ ਵੀ ਨਿਊ ਚੀਜ਼ਾਂ ਲਾਈਕ ਫਸਟ ਹੈ ਜੀ observe your surroundings, notice new things, ਆਸ-ਪਾਸ ਜੋ ਚੀਜ਼ਾਂ ਅਸੀਂ ਦੇਖਦੇ ਹਾਂ ਉਸ ਨੂੰ ਨੋਟਿਸ ਕਰੀਏ, observe ਕਰੀਏ, ਉਸ ਤੋਂ ਵੀ ਤੇ ਆਸ-ਪਾਸ ਜੋ ਵੀ ਸਾਨੂੰ ਚੰਗਾ ਲੱਗਦਾ ਹੈ, ਉਸ ਤੋਂ ਜੋ ਵੀ ਚੀਜ਼ਾਂ ਸਾਨੂੰ ਸਿੱਖਣ ਨੂੰ ਮਿਲਦੀਆਂ, ਉਸ ਨੂੰ ਇੱਕ ਡਾਇਰੀ ਪੈਨ ਹਮੇਸ਼ਾ ਕੋਲ ਰੱਖੀਏ ਤੇ ਉਹਦੇ ਵਿੱਚ ਨੋਟ ਕਰੀਏ। ਮੀਟ ਨਿਊ ਪੀਪਲ ਟੂ ਐਕਸਪੈਂਡ ਯੂਰ ਨੈਟਵਰਕ, ਨਵੇਂ ਲੋਕਾਂ ਨੂੰ ਮਿਲੀਏ, ਜਿਸ ਦੇ ਨਾਲ ਸਾਡੀ ਨੌਲੇਜ ਵਧੇਗੀ। ਨੈਕਸਟ ਜੀ ਬੀ ਓਪਨ ਟੂ ਨਿਊ ਐਕਸਪੀਰੀਅੰਸ, ਹਮੇਸ਼ਾ ਕੁਝ ਨਵਾਂ ਸਿੱਖਣ ਦੇ ਲਈ ਤਿਆਰ ਰਹੀਏ। ਜੇਕਰ ਸਾਨੂੰ ਕੋਈ ਲਾਈਫ ਦੇ ਵਿੱਚ ਓਪਰਚੁਨਿਟੀ ਮਿਲਦੀ ਹੈ ਤਾਂ ਉਸ ਲਈ ਕਦੇ ਅਸੀਂ ਨਾ ਕਰੀਏ। ਜਿਵੇਂ ਫੋਟੋ ਦੇ ਵਿੱਚ ਤੁਸੀਂ ਦੇਖ ਰਹੇ ਹੋ, ਉਹਦੇ ਵਿੱਚ ਲਿਖਿਆ ਹੈ ਯੈਸ, ਹਰ ਇੱਕ ਓਪਰਚੁਨਿਟੀ ਲਈ ਹਾਂ ਕਰੀਏ, ਕਿਉਂਕਿ ਹਰ ਇੱਕ ਓਪਰਚੁਨਿਟੀ ਸਾਨੂੰ ਕੁਝ ਨਵਾਂ ਸਿਖਾਉਂਦੀ ਹੈ। ਕੀਪ ਯੋਰ ਮੈਮਰੀ ਸਟਰੋਂਗ, ਅਸੀਂ ਜੋ ਵੀ ਸਿੱਖਦੇ ਹਾਂ ਉਸ ਦੀ ਪ੍ਰੈਕਟਿਸ ਕਰਦੇ ਰਹੀਏ, ਇਸ ਦੇ ਨਾਲ ਸਾਡੀ ਮੈਮਰੀ ਸਟਰੋਂਗ ਰਹੇਗੀ। ਅਪਲਾਈ ਯੋਰ ਨੌਲੇਜ ਟੂ ਯੋਰ ਡੇਲੀ ਬੇਸ, ਆਪਣੀ ਡੇਲੀ ਬੇਸ ਤੇ ਆਪਣੀ ਨੌਲੇਜ ਨੂੰ ਅਪਲਾਈ ਕਰਦੇ ਰਹੀਏ। ਨੈਕਸਟ ਜੀ once you stop learning you start dying, ਜਦੋਂ ਤੁਸੀਂ ਲਰਨਿੰਗ ਕਰਨਾ ਛੱਡ ਦਿੰਦੇ ਹੋ ਉਦੋਂ ਤੁਹਾਡਾ ਜ਼ਿੰਦਗੀ ਵਿੱਚ once you stop learning you start dying, ਜਦੋਂ ਤੁਸੀਂ ਲਰਨਿੰਗ ਕਰਨਾ ਛੱਡ ਦਿੰਦੇ ਹੋ ਉਦੋਂ ਸਾਡੀ ਜ਼ਿੰਦਗੀ ਦਾ ਕੋਈ ਮਤਲਬ ਨਹੀਂ ਰਹਿੰਦਾ। no learning is no growth, learning something new every day, ਹਰ ਰੋਜ਼ ਕੁਝ ਨਵਾਂ ਸਿੱਖਦੇ ਰਹੀਏ। The beautiful thing about learning is that no one can take it away from you. ਲਰਨਿੰਗ ਜਿਵੇਂ ਸਾਡੇ ਤੋਂ ਕੋਈ ਵੀ ਚੀਜ਼ ਸਾਡੇ ਤੋਂ ਕੋਈ ਚੁਰਾ ਸਕਦਾ ਹੈ ਜਾਂ ਕੋਈ ਵੀ ਚੀਜ਼ ਸਾਡੇ ਤੋਂ ਖੋ ਸਕਦਾ, ਪਰ ਲਰਨਿੰਗ ਇੱਕ ਅਜਿਹੀ ਚੀਜ਼ ਹੈ ਜੋ ਸਾਡੇ ਤੋਂ ਕਦੇ ਕੋਈ ਖੋ ਨਹੀਂ ਸਕਦਾ, ਸਾਡੀ ਨੌਲੇਜ ਨੂੰ ਕਦੇ ਕੋਈ ਖੋ ਨਹੀਂ ਸਕਦਾ। ਨੈਕਸਟ ਜੀ never stop learning because life never stops teaching. never stop learning ਭਾਵ ਸਾਨੂੰ ਕਦੇ ਵੀ ਸਿੱਖਣਾ ਨਹੀਂ ਛੱਡਣਾ ਚਾਹੀਦਾ, ਕਿਉਂਕਿ ਸਾਡੀ ਜ਼ਿੰਦਗੀ ਜੋ ਹੈ ਉਹ ਸਾਨੂੰ ਕਦੇ ਸਿਖਾਉਣਾ ਨਹੀਂ ਛੱਡਦੀ। ਹਰ ਪਲ ਅਸੀਂ ਸਿੱਖਦੇ ਰਹਿੰਦੇ ਹਾਂ, ਚਾਹੇ ਕੋਈ ਇਨਸੀਡੈਂਟ ਹੋਵੇ, ਚਾਹੇ ਸਾਡੇ ਤੋਂ ਕੋਈ ਮਿਸਟੇਕ ਹੋਵੇ। ਨੈਕਸਟ when you make a mistake, there are only 3 things you should ever do about it. First is admit it, second learn from it, and don't repeat it. ਜਦੋਂ ਤੁਹਾਡੇ ਤੋਂ ਕੋਈ ਮਿਸਟੇਕ ਹੋ ਜਾਂਦੀ ਹੈ ਜਾਂ ਸਾਡੇ ਤੋਂ ਕੋਈ ਮਿਸਟੇਕ ਹੋ ਜਾਂਦੀ ਹੈ, ਉਦੋਂ 3 ਚੀਜ਼ਾਂ ਕਰਨੀਆਂ ਚਾਹੀਦੀਆਂ। ਫਸਟ, ਉਹਨੂੰ ਐਡਮਿਟ ਕਰਨਾ ਚਾਹੀਦਾ ਹੈ, ਗਲਤੀ ਨੂੰ ਮੰਨਣਾ ਚਾਹੀਦਾ ਹੈ। ਸੈਕਿੰਡ, ਗਲਤੀ ਤੋਂ ਲਰਨ ਕਰਨਾ ਚਾਹੀਦਾ ਹੈ। ਤੇ ਥਰਡ, ਉਸ ਨੂੰ ਕਦੇ ਰਿਪੀਟ ਨਹੀਂ ਕਰਨਾ ਚਾਹੀਦਾ। Every teacher once was a student, every winner once was a loser, every expert once was a beginner, but all of them have crossed the bridge called happiness. ਜੇ ਅੱਜ ਕੋਈ ਟੀਚਰ ਹੈ ਤਾਂ ਜੇ ਅੱਜ ਇੱਕ ਟੀਚਰ ਉਹ ਵੀ ਕਦੇ ਸਟੂਡੈਂਟ ਸੀ, ਜੇ ਅੱਜ ਕੋਈ ਟੀਚਰ ਹੈ ਤਾਂ ਉਹ ਵੀ ਇੱਕ ਸਟੂਡੈਂਟ ਸੀ, ਜੇ ਅੱਜ ਕੋਈ ਵਿਨਰ ਹੈ ਤਾਂ ਉਹ ਵੀ ਇੱਕ ਦਿਨ ਲੂਜ਼ਰ ਸੀ, ਜੇ ਅੱਜ ਕੋਈ ਐਕਸਪਰਟ ਹੈ ਤਾਂ ਉਹ ਵੀ ਇੱਕ ਦਿਨ ਬਿਗਨਰ ਸੀ। ਬਟ ਸਟੂਡੈਂਟਸ ਤੋਂ ਟੀਚਰ ਬਣਨ ਲਈ ਤੇ ਇੱਕ ਲੂਜ਼ਰ ਤੋਂ ਵਿਨਰ ਬਣਨ ਲਈ, ਇੱਕ ਬਿਗਨਰ ਤੋਂ ਐਕਸਪਰਟ ਬਣਨ ਲਈ ਉਹਨਾਂ ਨੇ ਸਿਰਫ ਇੱਕ ਬ੍ਰਿਜ ਪਾਰ ਕੀਤਾ, ਉਹ ਹੈ ਲਰਨਿੰਗ ਦਾ। ਸੋ ਹਮੇਸ਼ਾ ਸਿੱਖਦੇ ਰਹੀਏ। ਨੈਕਸਟ ਸਲਾਈਡ ਜੀ।
if you are not willing to learn, no one can help you. ਜੇਕਰ ਤੁਸੀਂ ਕੁਝ ਸਿੱਖਣ ਦੀ ਇੱਛਾ ਨਹੀਂ ਰੱਖਦੇ ਤਾਂ ਤੁਹਾਡੀ ਕੋਈ ਮਦਦ ਨਹੀਂ ਕਰ ਸਕਦਾ. If you are determined to learn, no one can stop you. But ਅਗਰ ਤੁਸੀਂ ਆਪਣੇ ਅੰਦਰ ਦ੍ਰਿੜ ਨਿਸ਼ਚਾ ਕਰ ਲੈਂਦੇ ਹੋ ਕਿ ਮੈਂ ਇਹ ਚੀਜ਼ ਸਿੱਖਣੀ ਹੈ ਤਾਂ ਤੁਹਾਨੂੰ ਕਦੇ ਵੀ ਕੋਈ ਵੀ ਨਹੀਂ ਰੋਕ ਸਕਦਾ. ਨੈਕਸਟ, ਇਸ ਲਈ ਹਮੇਸ਼ਾ ਸਿੱਖਦੇ ਰਹੀਏ. Learn everything you can, anytime you can, from anyone you can. ਜਿੱਥੋਂ ਚੀਜ਼ਾਂ ਸਿੱਖਣ ਨੂੰ ਮਿਲਦੀਆਂ ਨੇ ਉੱਥੋਂ ਸਿੱਖੀਏ. ਜਦੋਂ ਸਮਾਂ ਮਿਲਦਾ ਉਦੋਂ ਸਿੱਖੀਏ. ਕਿਸੇ ਤੋਂ ਵੀ ਸਿੱਖਣ ਨੂੰ ਮਿਲਦਾ ਉਦੋਂ ਸਿੱਖੀਏ. There will always come a time when you will be grateful you did. ਇੱਕ ਦਿਨ ਐਸਾ ਆਵੇਗਾ ਕਿ ਤੁਸੀਂ ਗ੍ਰੇਟਫੁਲ ਸ਼ੁਕਰਗੁਜ਼ਾਰ ਮਹਿਸੂਸ ਕਰੋਗੇ ਕਿ ਮੈਂ ਇੱਕ ਦਿਨ ਇਸ ਚੀਜ਼ ਤੋਂ ਕਿਸੇ ਇਨਸਾਨ ਤੋਂ ਕਿਸੇ ਚੀਜ਼ ਤੋਂ ਇਹ ਚੀਜ਼ ਸਿੱਖੀ ਸੀ. ਤੁਸੀਂ ਸ਼ੁਕਰਗੁਜ਼ਾਰ ਰਹੋਗੇ ਉਸ ਚੀਜ਼ ਲਈ. ਨੈਕਸਟ ਜੀ, ਲਰਨਿੰਗ ਨੈਵਰ ਐਂਡਸ. ਲਰਨਿੰਗ ਨੈਵਰ ਐਂਡਸ. ਸਾਡੀ ਜ਼ਿੰਦਗੀ ਖਤਮ ਹੋ ਸਕਦੀ ਹੈ ਪਰ ਸਾਡਾ ਲਰਨ ਕਰਨਾ ਕਦੇ ਖਤਮ ਨਹੀਂ ਹੋ ਸਕਦਾ. ਇਸ ਲਈ ਵੱਧ ਤੋਂ ਵੱਧ ਮਿਹਨਤ ਕਰੀਏ, ਵੱਧ ਤੋਂ ਵੱਧ ਪੜ੍ਹੀਏ, ਸਿੱਖਦੇ ਰਹੀਏ, ਆਪਣੇ ਅੰਦਰ ਗੁਣ ਪੈਦਾ ਕਰੀਏ, ਇੱਕ ਅੱਛੇ ਇਨਸਾਨ ਬਣ ਕੇ ਆਪਣੇ ਕੌਮ ਦਾ ਨਾਮ ਰੋਸ਼ਨ ਕਰੀਏ. ਲਰਨਿੰਗ ਨੈਵਰ ਐਂਡਸ. ਹੋਈਆਂ ਭੁੱਲਾਂ ਲਈ ਖਿਮਾ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ. ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੰਦਨਾ ਮੈਮ ਜੀ ਨੇ ਸਾਨੂੰ ਲਰਨਿੰਗ ਬਾਰੇ ਦੱਸਿਆ ਹੈ ਕਿ ਕਿਵੇਂ ਅਸੀਂ ਸਿੱਖਣਾ ਹੈ ਤੇ ਹਮੇਸ਼ਾ ਸਿੱਖਦੇ ਹੀ ਰਹਿਣਾ ਹੈ. ਤੇ ਉਹਨਾਂ ਨੇ ਬਹੁਤ ਵਧੀਆ ਗੱਲ ਕਹੀ ਕਿ ਸਾਡੀ ਜੋ ਸਿੱਖਿਆ ਹੈ, ਜੋ ਅਸੀਂ ਕੁਝ ਵੀ ਸਿੱਖਿਆ ਹੈ, ਕੋਈ ਵੀ ਸਾਡੇ ਵਿੱਚ ਗੁਣ ਹੈ, ਉਹਨੂੰ ਕੋਈ ਖੋ ਨਹੀਂ ਸਕਦਾ. ਭਾਵੇਂ ਬਾਕੀ ਚੀਜ਼ਾਂ ਸਾਡੇ ਕੋਲੋਂ ਕੋਈ ਖੋ ਲਵੇ, ਪਰ ਜੋ ਸਾਡੇ ਅੰਦਰ ਗੁਣ ਹੈ ਜਾਂ ਅਸੀਂ ਜੋ ਚੀਜ਼ਾਂ ਸਿੱਖੀਆਂ ਨੇ ਉਹ ਸਾਡੇ ਕੋਈ ਵੀ ਨਹੀਂ ਖੋ ਸਕੇਗਾ. ਤੇ ਇੱਕ ਚੀਜ਼ ਹੋਰ ਉਹਨਾਂ ਨੇ ਬਹੁਤ ਵਧੀਆ ਕਹੀ ਕਿ ਹਮੇਸ਼ਾ ਹੀ ਸਾਨੂੰ ਸਿੱਖਦੇ ਰਹਿਣਾ ਚਾਹੀਦਾ ਹੈ. ਅਸੀਂ ਕਿਸੇ ਵੀ ਚੀਜ਼ ਤੋਂ ਸਿੱਖ ਸਕਦੇ ਹਾਂ. ਜਿਵੇਂ ਕੀੜੀਆਂ ਤੁਰੀਆਂ ਜਾਂਦੀਆਂ ਨੇ ਨਾ ਇੱਕ ਲਾਈਨ ਦੇ ਵਿੱਚ, ਉਹਨਾਂ ਤੋਂ ਵੀ ਅਸੀਂ ਸਿੱਖ ਸਕਦੇ ਹਾਂ. ਉਹਨਾਂ ਤੋਂ ਸਿੱਖਣ ਵਾਲੀ ਚੀਜ਼ ਹੈ ਕਿ ਇੱਕ ਕੀੜੀ ਕਈ ਵਾਰ ਇਸ ਤਰ੍ਹਾਂ ਹੁੰਦਾ ਕਿ ਕੰਧ ਉੱਤੇ ਚੜੀ ਜਾ ਰਹੀ ਹੁੰਦੀ ਹੈ ਤੇ ਅਗਰ ਕੋਈ ਜਾਣਾ ਉਹਨੂੰ ਹੱਥ ਲਗਾ ਦੇ, ਉਹ ਨੀਚੇ ਡਿੱਗ ਜੇ ਨਾ, ਤਾਂ ਉਹ ਉੱਥੇ ਰੁਕਦੀ ਨਹੀਂ ਹੈ. ਉਹ ਬਾਰ-ਬਾਰ ਕੋਸ਼ਿਸ਼ ਕਰਦੀ ਜਾਏਗੀ ਕਿ ਮੈਂ ਚੜ੍ਹਨਾ ਹੈ ਉਸ ਜਗ੍ਹਾ ਤੇ, ਮੈਂ ਆਪਣੀ ਮੰਜ਼ਿਲ ਤੇ ਪਹੁੰਚਣਾ ਹੈ. ਤੇ ਉਹ ਕੀੜੀ ਸਾਨੂੰ ਇੱਕ ਸਿਖਾਉਂਦੀ ਹੈ ਕਿ ਸਾਨੂੰ ਵੀ ਅਗਰ ਅਸੀਂ ਫੇਲ ਹੋ ਜਾਂਦੇ ਹਾਂ ਇੱਕ ਵਾਰੀ ਆਪਣੇ ਕੰਮ ਦੇ ਵਿੱਚ ਤਾਂ ਸਾਨੂੰ ਰੁਕਣਾ ਨਹੀਂ ਚਾਹੀਦਾ. ਸਾਨੂੰ ਬਾਰ-ਬਾਰ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਤੇ ਆਪਣੀ ਮੰਜ਼ਿਲ ਨੂੰ ਸਰ ਕਰ ਲੈਣਾ ਚਾਹੀਦਾ ਹੈ. ਸੋ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਵੰਦਨਾ ਮੈਮ ਨੇ ਸਾਨੂੰ ਸਮਝਾਇਆ ਹੈ ਲਰਨਿੰਗ ਦੇ ਬਾਰੇ ਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਹੈ. ਤੇ ਹੁਣ ਥੋੜਾ ਜਿਹਾ ਟਾਈਮ ਸਾਡੇ ਕੋਲ ਹੈ ਤੇ ਕੁਝ ਹੈਂਡ ਰੇਜ਼ ਨੇ. ਮੈਂ ਬੇਨਤੀ ਕਰਾਂਗੀ EPP ਨੰਬਰ 4636 ਪ੍ਰਭਜੋਤ ਕੌਰ ਜੀ, ਉਹਨਾਂ ਦਾ ਹੈਂਡ ਰੇਜ਼ ਹੈ. ਉਹਨਾਂ ਨੂੰ ਬੇਨਤੀ ਹੈ ਕਿ ਆਪਣੀ ਵੀਡੀਓ ਔਨ ਕਰ ਲੈਣ. ਪ੍ਰਭਜੋਤ ਕੌਰ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ. ਹਾਂਜੀ ਜੀ, ਮੈਂ ਟੌਪਿਕ ਚੱਲ ਰਿਹਾ ਸੀ ਕਿ ਲਰਨਿੰਗ ਸਾਨੂੰ ਹਰ ਟਾਈਮ ਸਿੱਖਦੇ ਰਹਿਣਾ ਚਾਹੀਦਾ. ਕਿਤੋਂ ਵੀ ਮੌਕਾ ਮਿਲੇ, ਜਿਵੇਂ ਹੁਣ ਲੋਕਡਾਊਨ ਦੇ ਦੌਰਾਨ ਸਾਨੂੰ ਕਲਾਸਾਂ ਲਗਾਉਣ ਦਾ, ਆਨਲਾਈਨ ਕਲਾਸਾਂ ਲਾਉਣ ਦਾ ਮੌਕਾ ਮਿਲਿਆ, ਜਾਂ ਕਿਸੇ ਵੀ ਟਾਈਮ ਸਾਨੂੰ ਕਿਤੋਂ ਵੀ ਕੁਝ ਵੀ ਨਵਾਂ ਸਿੱਖਣ ਨੂੰ ਮਿਲਦਾ, ਤਾਂ ਹਮੇਸ਼ਾ ਹਰ ਪਲ ਸਿੱਖਦੇ ਰਹਿਣਾ ਚਾਹੀਦਾ, ਕਿਉਂਕਿ ਉਹਦੇ ਨਾਲ ਸਾਡਾ ਜਿਹੜਾ ਗਿਆਨ ਦੇ ਵਿੱਚ ਵਾਧਾ ਹੁੰਦਾ ਤੇ ਸਿੱਖ ਦਾ ਅਰਥ ਹੀ ਹੈ ਸਿੱਖਣਾ। ਸਿਖਿਆਰਥੀ ਜੋ ਹਰ ਸਮੇਂ ਸਿੱਖਦਾ ਰਹਿੰਦਾ ਹੈ। ਜਦੋਂ ਅਸੀਂ ਕੁਝ ਸਿੱਖਣਾ ਛੱਡ ਦਿੰਦੇ ਹਾਂ ਤਾਂ ਸਾਡੀ ਉੱਥੇ ਜ਼ਿੰਦਗੀ ਸਮਝੋ ਖਤਮ ਆ, ਅਸੀਂ ਬੁੱਢੇ ਹਾਂ। ਪਰ ਜੋ ਹਮੇਸ਼ਾ ਸਿੱਖਦਾ ਰਹਿੰਦਾ ਹੈ ਉਹ ਹਰ ਪਲ ਜਵਾਨ ਹੀ ਰਹਿੰਦਾ ਹੈ, ਕਿਉਂਕਿ ਜਿਹਦੇ ਅੰਦਰ ਸਿੱਖਣ ਦੀ ਚਾਹਨਾ ਹੁੰਦੀ ਹੈ ਉਹ ਹਰ ਪਲ ਕਿਸੇ ਵੀ ਉਮਰ ਦੇ ਵਿੱਚ ਸਿੱਖ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਵਾਹਿਗੁਰੂ ਜੀ। थोड़ा ऊंचा बोलो जी। आपकी आवाज क्लियर नहीं है जी। वाहिगुरू जी का खालसा, वाहिगुरू जी की फतेह। हाँ जी,
ਕਿ ਮੈਂ ਇੱਕ ਗੱਲ ਦੱਸਣਾ ਚਾਹੁੰਦੀ ਹਾਂ ਕਿ ਜਦੋਂ ਆਪਾਂ ਕੋਈ ਵੀ ਗਲਤ ਕੰਮ ਕਰਨਾ ਹੈ ਤਾਂ ਉੱਥੇ ਗੁਰੂ ਸਾਹਿਬ ਆਪਣੇ ਅੰਗ ਸੰਗ ਹੁੰਦੇ ਨੇ ਤੇ ਇਹਦੀ ਚ ਗੁਰਬਾਣੀ ਚ ਵੀ ਆਪਾਂ ਨੂੰ ਫਰਮਾਨ ਕਰਦੇ ਨੇ ਕਿ ਕਹਿੰਦੇ ਜਹ ਜਹ ਵੇਖੋ ਤਹ ਹਜੂਰ ਦੂਰ ਕਰਤ ਹੋਣਾ ਜਾਈ ਰਬ ਰਹਿਆ ਸਰਬੱਤਰ ਮੈਂ ਮਨ ਸਦਾ ਧਿਆਈ। ਗੁਰੂ ਸਾਹਿਬ ਹੁਕਮ ਕਰ ਰਹੇ ਨੇ, ਕਹਿੰਦੇ ਆਪਾਂ ਜਿੱਥੇ ਵੀ ਦੇਖੀਏ ਗੁਰੂ ਸਾਹਿਬ ਆਪਣੇ ਤਾਂ ਆਪਣੀ ਅੰਗ ਸੰਗ ਹੀ ਨੇ ਤੇ ਫਿਰ ਆਪਾਂ ਕੋਈ ਵੀ ਕਦੇ ਵੀ ਆਪਾਂ ਇਸ ਤਰ੍ਹਾਂ ਕੀ ਗਲਤ ਕੰਮ ਨਹੀਂ ਕਰਾਂਗੇ। ਤੇ ਇਸ ਲਈ ਜਦ ਵੀ ਆਪਾਂ ਕੋਈ ਵੀ ਗਲਤ ਕੰਮ ਕਰਨਾ ਹੁੰਦਾ ਹੈ ਜਾਂ ਕੋਈ ਵੀ ਚੋਰੀ ਜਾਂ ਕੁਝ ਹੋਰ ਗਲਤ ਕੰਮ ਕਰਨਾ ਤਾਂ ਗੁਰੂ ਸਾਹਿਬ ਜੀ ਦੇ ਫਰਮਾਨ ਨੂੰ ਯਾਦ ਕਰਕੇ ਆਪਾਂ ਨੂੰ ਕਦੇ ਵੀ ਗਲਤ ਕੰਮ 'ਚ ਨਹੀਂ ਪੈਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੈਕਸਟ ਲਵਾਂਗੇ ਜੀ ਅਸੀਂ ਗਗਨਦੀਪ ਕੌਰ ਜੀ। ਬੇਨਤੀ ਹੈ ਜੀ ਆਪਣੀ ਵੀਡੀਓ ਔਨ ਕਰ ਲੈਣ ਜੀ। ਹਾਂਜੀ अमृतप्रीत कौर। वाहिगुरू जी का खालसा वाहिगुरू जी की फतेह। अपना माइक अनम्यूट करो जी। मैम वाहिगुरू जी का खालसा वाहिगुरू जी की फतेह। मैम जिवें मैम ने कहा भी सानू हर पल सिखदे रहना चाहिए। जिवें एक पानी जदों वहंदा रहे तां बहुत सोहना लगदा है पर जदों रुक जाता तो उसके विचों भी बदबू आन लग जाती है। इवें सानू भी कदे रुकना नहीं चाहिए, हमेशा सिखते रहना चाहिए अपनी लाइफ विच। वाहिगुरू जी का खालसा वाहिगुरू जी की फतेह। वाहिगुरू जी की फतेह। बहुत वधिया जी। हाँ जी हाँ जी वाहिगुरू जी। हाँ जी सारिਆਂ ਦੀ ਅਸੀਂ ਜਿਨ੍ਹਾਂ ਦੇ हैंड रेस ਸੀਗੇ ਉਹਨਾਂ ਦੀ ਅਸੀਂ ਗੱਲ ਸੁਣ ਲਈ ਹੈ ਜੀ। ਤੇ ਅੱਜ ਦਾ ਸੈਸ਼ਨ ਬਹੁਤ ਹੀ ਨੌਲੇਜੇਬਲ ਰਿਹਾ ਜੀ। ਇਹਦੇ ਵਿੱਚ ਅਸੀਂ ਪ੍ਰੈਪੋਜੀਸ਼ਨਸ ਦੇ ਬਾਰੇ ਸਿੱਖਿਆ, ਉਸ ਤੋਂ ਬਾਅਦ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬਾਰੇ ਅਸੀਂ ਗਿਆਨ ਪ੍ਰਾਪਤ ਕੀਤਾ ਤੇ ਫਿਰ ਅਸੀਂ ਬਾਬਾ ਜੀ ਦੇ ਵਿਚਾਰ ਸਰਵਣ ਕੀਤੇ ਨੇ ਤੇ ਉਸ ਤੋਂ ਬਾਅਦ ਅਸੀਂ ਮੈਮ ਬੰਦਨਾ ਜੀ ਨੇ ਸਾਨੂੰ ਲਰਨਿੰਗ ਦੇ ਬਾਰੇ ਦੱਸਿਆ ਤੇ ਕੁੱਲ ਮਿਲਾ ਕੇ ਇਹ ਸੈਸ਼ਨ ਬਹੁਤ ਹੀ ਸਿੱਖਿਆ ਪੂਰਨ ਰਿਹਾ ਤੇ ਸਾਰਿਆਂ ਦਾ ਜਿੰਨੇ ਵੀ ਇਸ ਸੈਸ਼ਨ ਦੇ ਵਿੱਚ ਜੁੜੇ ਸੀ ਸਾਡੇ ਨਾਲ ਇਸ ਕੈਂਪ ਦੇ ਵਿੱਚ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਹੈ। ਤੇ ਸਭ ਤੋਂ ਵੱਧ ਧੰਨਵਾਦ ਹੈ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ, ਜਿਨ੍ਹਾਂ ਨੇ ਇਹ ਸਾਡਾ ਸਮਰ ਕੈਂਪ ਜਿਹੜਾ ਹੈ ਉਹ ਹਰ ਪਲ ਸਿਰੇ ਚੜਾ ਰਹੇ ਹਨ। ਤੇ ਹੁਣ ਆਪ ਜੀ ਦੇ ਸਾਹਮਣੇ ਇੱਕ ਸਕਰੀਨ ਸ਼ੇਅਰ ਹੋ ਰਹੀ ਹੈ ਜੀ। ਇਸ ਦੇ ਉੱਤੇ ਨੰਬਰਸ ਲਿਖੇ ਗਏ ਹਨ ਜਾਪ ਸੇਵਾ ਦੇ ਲਈ, ਕੀਰਤਨ ਸੇਵਾ ਦੇ ਲਈ ਤੇ ਫੀਡਬੈਕਸ ਦੇ ਲਈ। ਤੇ ਜੇ ਤੁਸੀਂ ਕੁਝ ਕੁਐਸਚਨ ਪੁੱਛਣੇ ਹੋਣ ਤਾਂ ਉਹਦੇ ਲਈ ਵੀ ਇੱਕ ਨੰਬਰ ਸ਼ੇਅਰ ਹੋ ਰਿਹਾ ਹੈ ਜੀ। ਤੇ ਸਾਰੇ ਬੱਚੇ ਜੇ ਕਿਸੇ ਨੇ ਜਾਪ ਦੀ ਸੇਵਾ ਲੈਣੀ ਹੋਵੇ, ਕੀਰਤਨ ਦੀ ਸੇਵਾ ਲੈਣੀ ਹੋਵੇ ਤਾਂ ਇਹਨਾਂ ਨੰਬਰਾਂ ਤੇ ਸੰਪਰਕ ਕਰਕੇ ਆਪ ਜੀ ਲੈ ਸਕਦੇ ਹੋ। ਕੋਈ ਕੁਐਸਚਨਸ ਪੁੱਛਣੇ ਹੋਣ ਤਾਂ ਦਿੱਤੇ ਹੋਏ ਨੰਬਰ ਤੇ ਸੰਪਰਕ ਕਰ ਸਕਦੇ ਹੋ। ਤੇ ਫੀਡਬੈਕ ਜੋ ਬੱਚੇ ਭੇਜ ਰਹੇ ਹਨ ਉਹਨਾਂ ਨੂੰ ਬੇਨਤੀ ਹੈ ਕਿ ਇਹ ਕਲਾਸ ਜੋ ਗੁਰਮਤ ਕੈਂਪ ਰੋਜ਼ ਲੱਗ ਰਿਹਾ ਹੈ ਆਪ ਜੀ ਨੂੰ ਕਿਵੇਂ ਦਾ ਲੱਗਿਆ, ਕਿਹੜੀ ਚੀਜ਼ ਆਪ ਜੀ ਨੂੰ ਵਧੀਆ ਲੱਗੀ, ਕੀ ਤੁਸੀਂ ਚਾਹੁੰਦੇ ਹੋ। ਅਗਰ ਤੁਸੀਂ ਚਾਹੁੰਦੇ ਹੋ ਕਿ ਅੱਗੇ ਕੁਝ ਖਾਸ ਸੈਸ਼ਨ ਲਏ ਜਾਣ ਤਾਂ ਉਹ ਵੀ ਆਪ ਜੀ ਸ਼ੇਅਰ ਕਰ ਸਕਦੇ ਹੋ ਜੀ। ਇਹਨਾਂ ਨੰਬਰਾਂ ਤੇ ਦਿੱਤੇ ਹੋਏ ਨੰਬਰਾਂ ਤੇ ਆਪ ਆਪਣੇ ਫੀਡਬੈਕ ਭੇਜ ਸਕਦੇ ਹੋ ਜੀ। ਤੇ ਬਹੁਤ ਬਹੁਤ ਧੰਨਵਾਦ ਹੈ ਸਭ ਦਾ ਜੋ ਵੀ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ, ਸਾਰੇ ਸਟੂਡੈਂਟਸ, ਸਾਰੇ ਟੀਚਰਸ ਤੇ ਸਾਰੀਆਂ ਸਮੂਹ ਸੰਗਤਾਂ ਦੇਸ਼ ਵਿਦੇਸ਼ ਵਿੱਚ ਬੈਠੀਆਂ, ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ। ਕੱਲ ਨੂੰ ਫਿਰ ਆਪਾਂ 4 ਵਜੇ ਇਵੇਂ ਹੀ ਗੁਰਮਤ ਕੈਂਪ ਦੇ ਲਈ ਇਕੱਠੇ ਹੋਵਾਂਗੇ। ਉਦੋਂ ਤੱਕ ਦੇ ਲਈ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।